ਬਿਹਾਗੜੇ ਰਾਗ 'ਚ ਜਿਹੜੀ ਚੌਥੀ ਪਾਤਸ਼ਾਹੀ ਦੀ ਵਾਰ ਲੈ ਰਹੇ ਹਾਂ, ਉਹਦੀ 12ਵੀਂ ਪੌੜੀ ਲਵਾਂਗੇ ਆਪਾਂ। ਬਿਹਾਗੜੇ ਰਾਗ ਦੇ ਵਿੱਚ ਚੌਥੀ ਪਾਤਸ਼ਾਹੀ ਦੀ ਵਾਰ, ਅੰਗ 553, 553, ਸ਼ਲੋਕ ਮਰਦਾਨਾ ਪਹਿਲਾ। ਹੁਣ ਇੱਥੇ ਜਿਹੜਾ ਹੈਗਾ ਇਹ ਕਿਸੇ ਨੇ ਸਪੀਕਰ ਖੋਲ੍ਹਿਆ ਜੀ। ਸ਼ਲੋਕ ਮਰਦਾਨਾ ਪਹਿਲਾ, ਔਰ ਥੱਲੇ ਜਿਹੜਾ ਇਹ ਸ਼ਲੋਕ ਦੇ ਵਿੱਚ ਦੇਖੋ ਨਾਨਕਾ ਵਰਡ ਆ ਰਿਹਾ ਆ, ਤੇ ਇਹ ਮਰਦਾਨਾ ਵਰਡ ਜਿਹੜਾ ਹੈਗਾ ਇੱਕ ਮਰਦਾਨਾ ਜੀ ਦਾ ਸ਼ਲੋਕ ਹੈ ਨਾ, ਥੱਲੇ ਨਾਨਕਾ ਵਰਡ ਆ ਰਿਹਾ ਹੈ। ਇਹ ਬਾਣੀ ਪਹਿਲੀ ਪਾਤਸ਼ਾਹੀ ਦੀ ਹੈਗੀ ਆ। ਮਰਦਾਨਾ ਵਰਡ ਕਿਉਂ ਯੂਜ਼ ਹੋਇਆ ਆ ਇਹ ਭਾਈ, ਇਹਦੇ ਬਾਰੇ ਮੈਨੂੰ ਤਾਂ ਕੋਈ ਜਾਣਕਾਰੀ ਨਹੀਂ ਹੈਗੀ। ਸ਼ਲੋਕ ਕੋਈ ਸਾਧ ਸੰਗਤ ਦੇ ਵਿੱਚ ਕਿਸੇ ਨੂੰ ਜਾਣਕਾਰੀ ਹੋਏ ਤੇ ਦੱਸ ਦੇਣਾ। ਸ਼ਲੋਕ ਮਰਦਾਨਾ ਪਹਿਲਾ, ਕਲ ਕਲਵਾਲੀ ਕਾਮ ਮਦ ਮਨੁਆ ਪੀਵਨਹਾਰ। ਇਹਦੇ ਵਿੱਚ ਮਹਾਰਾਜ ਆਪਾਂ ਨੂੰ ਗਿਆਨ ਦੇ ਰਹੇ ਆ ਕਿ ਹਾਂਜੀ ਨਿਜੇ ਸਾਹਿਬ। ਹਾਂਜੀ ਹਾਂਜੀ ਦੇਖੋ ਮੈਂ ਕੁਝ 2-4 ਦਿਨ ਪਹਿਲੇ ਇੱਕ ਕਥਾ ਸੁਣੀ ਸੀ। ਉਹ ਵੀ ਇਸੇ ਸ਼ਬਦ ਦੀ ਕਥਾ ਕਰ ਰਹੇ ਸਨ ਤੇ ਨਾਮ ਮਰਦਾਨਾ ਜੀ ਲਿਖਿਆ। ਮਰਦਾਨਾ ਜੀ ਨਹੀਂ, ਮਰਦਾਨਾ ਹੈ। ਮਰਦਾਨਾ ਦਾ ਮਤਲਬ ਇਹ ਹੈ ਵੀ ਜਿਸ ਇਹ ਸ਼ਬਦ ਉਹਨਾਂ ਵਾਸਤੇ ਹੈ ਜਿਹੜੇ ਆਪਣੀ ਮਰਦਾਨਗੀ ਦੱਸਣ। ਮਰਦਾਨਾ ਜੀ ਦਾ ਸ਼ਬਦ ਨਹੀਂ ਹੈ ਇਹ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਤੁਹਾਡੀ ਗੱਲ। ਮੈਂ ਤਾਂ ਹੀ ਕਿਹਾ ਨਾ ਬਈ ਇਹ ਪਹਿਲੀ ਪਾਤਸ਼ਾਹੀ ਦਾ ਨਾਨਕਾ ਵਰਡ ਆ ਰਿਹਾ, ਪਹਿਲੀ ਪਾਤਸ਼ਾਹੀ ਦਾ ਸ਼ਬਦ ਹੈ। ਆਪਣੀ ਮਰਦਾਨਗੀ ਵਾਸਤੇ ਜਿਹੜਾ ਬੰਦਾ ਆਪਣੇ ਆਪ ਨੂੰ ਮਰਦਾਨ ਸਮਝਦਾ ਹੈ, ਜੇ ਸਮਝਦਾ ਹੈ ਕਿ ਮੈਂ ਇਹ ਸਭ ਕੁਝ ਕਰ ਸਕਦਾ, ਮੇਰੇ ਵਾਸਤੇ ਤਾਂ ਹੈਗਾ, ਉਹਦੇ ਲਈ ਸ਼ਬਦ। ਬਿਲਕੁਲ ਬਈ ਆਹ ਹੈਗੀ, ਬਈ ਆਹ ਸ਼ਬਦ ਜਿਹੜਾ ਹੈਗਾ, ਇਸ ਸ਼ਬਦ ਦੇ ਅਨੁਸਾਰ ਜਿਹੜਾ ਆਪਣੇ ਜੀਵਨ ਨੂੰ ਘੜ ਲਏਗਾ ਉਹ ਸਮਝ ਲਓ ਬਈ ਮਰਦ ਹੋਏਗਾ। ਹਾਂ ਬਿਲਕੁਲ ਸਹੀ ਗੱਲ ਆ। ਬਹੁਤ ਵਧੀਆ ਜੀ, ਬਹੁਤ ਵਧੀਆ। ਇਹ ਸ਼ਬਦ ਮਰਦਾਨਾ ਜੀ ਦਾ ਨਹੀਂ ਹੈ। ਹਾਂ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਤੇ ਸ਼ਲੋਕ ਮਰਦਾਨਾ ਪਹਿਲਾ, ਕਲ ਕਲਵਾਲੀ ਕਾਮ ਮਦ ਮਨੁਆ ਪੀਵਨ ਹਾਰ। ਇਹ ਕਲਾ ਜਿਹੜੀ ਹੈਗੀ ਆ, ਜਿਹਨੂੰ ਕਹਿੰਦੇ ਆ ਬੜਾ ਜੀ ਕਲਯੁਗੀ ਸੁਭਾਅ ਹੈ ਬੰਦੇ ਦਾ। ਇਹ ਕਲਯੁਗੀ ਸੁਭਾਅ ਕਲਾ ਜਿਹੜੀ ਹੈਗੀ ਆ ਇਹ ਕਲਵਾਲੀ ਹੈਗੀ ਆ। ਕਲਵਾਲੀ ਕਹਿੰਦੇ ਆ ਜਿਹਦੇ ਵਿੱਚ ਸ਼ਰਾਬ ਜਿਹੜੀ ਹੈਗੀ ਆ ਬਣਾਈ ਜਾਂਦੀ ਆ। ਉਹ ਮੱਟੀ ਜਿਹਦੇ ਵਿੱਚ ਆਪਾਂ ਲਾਹਣ ਗੁੜ ਵਗੈਰਾ ਹੋਰ ਜਿਹੜਾ ਅਟਰਮ ਸਟਰਮ ਸੱਕ ਕਿੱਕਰ ਦੇ ਪਤਾ ਨਹੀਂ ਕੀ ਕੁਛ ਪਾਉਂਦੇ ਆ। ਕਲਵਾਲੀ ਇਹ ਕਹਿੰਦੇ ਕਲਯੁਗੀ ਜਿਹੜਾ ਸੁਭਾਅ ਹੈ ਇਨਸਾਨ ਦਾ, ਉਹ ਜਿਹੜਾ ਹੈਗਾ ਸ਼ਰਾਬ ਬਣਾਉਣ ਵਾਲੀ ਮੱਟੀ ਹੈਗੀ। ਕਾਮ ਮਦ, ਕਾਮ ਕਹਿੰਦੇ ਆ ਵਾਸਨਾ, ਕਹਿੰਦੇ ਵਾਸਨਾ ਦੀ ਸ਼ਰਾਬ ਹੈਗੀ ਆ। ਔਰ ਪੀਣ ਵਾਲਾ ਕੌਣ ਆ? ਮਨੁਆ ਪੀਵਨ ਹਾਰ। ਇਨਸਾਨ ਦਾ ਮਨ ਜਿਹੜਾ ਹੈਗਾ ਇਹਨੂੰ ਪੀਂਦਾ ਆ। ਮਨ ਨੂੰ ਆਹੀ ਸ਼ਰਾਬ ਹਮੇਸ਼ਾ ਜਿਹੜਾ ਹੈਗਾ ਅੰਦਰ ਵਾਸਨਾ ਰਹਿੰਦੀ ਹੈ। ਕਲਯੁਗੀ ਸੁਭਾਅ ਹੈਗਾ ਇਹ ਵਾਸਨਾਵਾਂ ਦੀ ਸ਼ਰਾਬ ਜਿਹੜਾ ਹੈਗਾ ਇਨਸਾਨ ਹਮੇਸ਼ਾ ਪੀ ਜਾਂਦਾ ਹੈ। ਕ੍ਰੋਧ ਕਟੋਰੀ, ਔਰ ਕਟੋਰੀ ਕਿਹੜੀ ਹੈ? ਕ੍ਰੋਧ ਦੀ ਕਟੋਰੀ ਹੈਗੀ, ਪਿਆਲਾ ਜਿਹਨੂੰ ਕਹਿੰਦੇ ਆ। ਮੋਹ ਭਰੀ, ਮੋਹ ਦੀ ਸੁਰਾਈ ਹੈਗੀ ਆ, ਪੂਰੀ ਭਰੀ ਪਈ ਹੈ ਭਾਈ। ਇਹ ਮੋਹ ਹੈਗਾ ਪਦਾਰਥਾਂ ਦੇ ਨਾਲ। ਪਿਲਾਵਾ ਅਹੰਕਾਰ,
ਔਰ ਹਉਮੈ ਹੈਗੀ, ਅਹੰਕਾਰ ਪਲਾਉਂਦਾ ਹੈ, ਆਪਣੇ ਆਪ ਨੂੰ ਸਮਝਦਾ ਹੈ ਇਨਸਾਨ ਜੋ ਕੁਛ ਮੈਂ ਹੈਗਾ, ਜੋ ਮੇਰੀ ਬੁੱਧੀ ਹੈ, ਜੋ ਮੇਰੇ ਕੋਲ ਹੈਗਾ, ਬਸ ਮੈਂ ਸਭ ਤੋਂ ਸਹੀ ਹੈਗਾ ਆ। ਮੈਨੂੰ ਜਿਹੜਾ ਗਿਆਨ ਆ ਉਹ ਸਭ ਤੋਂ ਉੱਪਰ ਆ। ਆਪਣੇ ਮਨ ਦੇ ਗਿਆਨ ਨੂੰ ਸਮਝਦਾ ਹੈ, ਉਹਦੇ ਹਿਸਾਬ ਦੇ ਨਾਲ ਤੋਲਦਾ ਹੈ। ਜਿਹੜੇ ਇਨਸਾਨ ਨੇ ਕਦੀ ਕੁਛ ਪਤਾ ਹੀ ਨਹੀਂ ਆ, ਉਹ ਕਿਵੇਂ ਜਿਹੜਾ ਹੈਗਾ ਆਪਾਂ ਨੂੰ ਦੱਸ ਸਕਦਾ ਹੈ? ਉਹਨੂੰ ਆਪ ਨੂੰ ਹੀ ਪਤਾ ਨਹੀਂ ਹੈ ਕਿਸੇ ਚੀਜ਼ ਦੇ ਬਾਰੇ। ਕਿਵੇਂ ਜਿਹੜਾ ਹੈਗਾ ਉਹ ਇਸ ਚੀਜ਼ ਨੂੰ ਇਹ ਕ੍ਰਿਸ਼ਨਾ ਮੂਰਤੀ ਕਰਕੇ ਜਿਹੜੇ ਹੈਗੇ ਇੱਕ ਬਹੁਤ ਜਿਹੜੇ ਅਧਿਆਤਮਿਕ ਗਏ ਹੋਏ ਆ, ਕੈਲੀਫੋਰਨੀਆ ਦੇ ਵਿੱਚ ਹੁੰਦੇ ਸੀ ਲਾਸਟ ਦੇ ਵਿੱਚ। ਉਹਨਾਂ ਦੇ ਕੋਲ ਜਿਹੜੇ ਹੈਗੇ ਆ ਜਦ ਗਏ ਅਖਬਾਰ ਵਾਲੇ, ਅਤੇ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਵੀ ਕ੍ਰਿਸ਼ਨ ਮੂਰਤੀ ਜੀ, ਕੈਨ ਯੂ ਡਿਫਾਈਨ ਅਸ, ਕੈਨ ਯੂ ਟੈਲ ਹਾਊ ਗॉड ਇਜ਼, ਕੈਨ ਯੂ ਡਿਫਾਈਨ ਗॉड? ਪਰਮਾਤਮਾ ਨੂੰ ਦੱਸ ਸਕਦੇ ਹੋ ਕਿਹੋ ਜਿਹਾ ਹੈਗਾ ਪਰਮਾਤਮਾ? ਉਹ ਕਹਿੰਦਾ ਕਿ ਪਰਮਾਤਮਾ ਜਿਹੜਾ ਹੈਗਾ, ਉਧਰ ਦੀ ਇੱਕ ਨਾ ਕੁੱਤਾ ਜਾ ਰਿਹਾ ਸੀ, ਕਹਿੰਦਾ ਦੇਅਰ ਗੋਜ਼ ਗॉड। ਉਹ ਕਹਿੰਦੇ ਤੁਸੀਂ ਸਾਡੇ ਨਾਲ ਮਜ਼ਾਕ ਕਰ ਰਹੇ ਹੋ? ਕਹਿੰਦੇ ਨਹੀਂ ਭਾਈ, ਮੈਂ ਮਜ਼ਾਕ ਨਹੀਂ ਕਰ ਰਿਹਾ, ਮੈਂ ਤਾਂ ਸੀਰੀਅਸ ਹੈਗਾ ਆ। ਕਹਿੰਦੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਕੁੱਤਾ ਹੈਗਾ? ਕਿਉਂਕਿ ਆਪਾਂ ਨੂੰ ਪਹਿਲਾਂ ਤੋਂ ਜਿਹੜਾ ਹੈਗਾ ਇਹ ਚੀਜ਼ ਆਪਾਂ ਨੇ ਦੇਖੀ ਹੋਈ ਆ, ਔਰ ਉਹ ਚੀਜ਼ ਦੇਖੀ ਹੋਈ ਆ ਅਤੇ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਦਿੱਤੀ ਹੋਈ ਆ ਆਪਣੇ ਮਾਂ ਪਿਓ ਨੇ ਜਾਂ ਹੋਰ ਸੁਸਾਇਟੀ ਨੇ। ਹਰੇਕ ਚੀਜ਼ ਜਿਹੜੀ ਹੈਗੀ, ਜਿਹੜੀ ਵੀ ਚੀਜ਼ ਆਪਣੇ ਅੰਦਰ ਹੈਗੀ ਆ, ਜਿਹੜੀ ਚੀਜ਼ ਨੂੰ ਆਪਾਂ ਦੇਖਿਆ ਹੈਗਾ, ਉਸ ਚੀਜ਼ ਨੂੰ ਆਪਾਂ ਜਿਹੜੇ ਹੈਗੇ ਉਸ ਚੀਜ਼ ਨੂੰ ਆਪਾਂ ਦੱਸ ਸਕਦੇ ਹਾਂ ਭਾਈ। ਜਿਹੜੀ ਚੀਜ਼ ਨੂੰ ਦੇਖਿਆ ਹੀ ਨਹੀਂ ਹੈਗਾ ਆਪਾਂ ਨੇ, ਆਪਾਂ ਕਿਵੇਂ? ਔਰ ਕੋਈ ਵੀ ਚੀਜ਼ ਜਿਹੜੀ ਹੈਗੀ ਆ, ਉਹ ਵੀ ਜਿਹੜੀ ਹੈਗੀ ਆਪਣੀ ਸਲੇਟ ਦੇ ਉੱਤੇ, ਆਪਣੇ ਜਿਹੜੇ ਹੈਗੇ ਇਨਰ ਕੋਰ ਦੇ ਉੱਤੇ ਜਿਹੜੇ ਹੈਗੇ ਜੋ ਵੀ ਦ੍ਰਿਸ਼ ਹੈਗੇ, ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆਪਣੀ ਲਿਸਟ ਦੇ ਵਿੱਚ ਹੈਗੀਆਂ, ਉਹਨਾਂ ਦੇ ਬਾਰੇ ਹੀ ਆਪਾਂ ਬੋਲ ਸਕਦੇ ਹਾਂ, ਉਹਨਾਂ ਨੂੰ ਹੀ ਕਹਿ ਸਕਦੇ ਹਾਂ ਸੱਚ ਹੈਗੀ। ਆਪਾਂ ਕਹਾਂਗੇ ਸੱਚ ਹੈ, ਬਾਕੀ ਨੂੰ ਤਾਂ ਆਪਾਂ ਕਹਾਂਗੇ ਇਹ ਤਾਂ ਝੂਠ ਹੈ ਭਾਈ। ਇਸ ਕਰਕੇ ਭਾਈ ਇਨਸਾਨ ਦੀ ਫਿਤਰਤ ਹੈਗੀ ਆ, ਜੋ ਉਹਦੇ ਕੋਲ ਜਿੰਨਾ ਕੁ ਉਹਦੇ ਕੋਲ ਗਿਆਨ ਹੁੰਦਾ ਹੈ ਨਾ, ਉਹਨਾਂ ਕੀ ਜਿਹੜਾ ਉਸ ਤੋਂ ਇਲਾਵਾ ਜਿਹੜਾ ਹੈਗਾ ਉਹ ਨਹੀਂ ਗੱਲ ਕਰਦਾ। ਉਸ ਤੋਂ ਇਲਾਵਾ ਜਿਹੜਾ ਹੈਗਾ ਉਹ ਮੰਨਦਾ ਹੀ ਨਹੀਂ ਹੈ ਉਸ ਚੀਜ਼ ਨੂੰ। ਆਪਣਾ ਜੋ ਉਹਦੀ ਫੀਲਡ ਹੈਗੀ, ਜਿਹੜੀ ਜੋ ਉਹਦੇ ਅੰਦਰ ਜਿਹੜੀ ਹਾਰਡ ਡਰਾਈਵ 'ਤੇ ਹੈਗਾ, ਉਸ ਤੋਂ ਇਲਾਵਾ ਨਹੀਂ ਮੰਨੇਗਾ ਉਹ ਕਿਸੇ ਦੂਸਰੀ ਚੀਜ਼ ਨੂੰ। ਜਿਹਦੀ ਆਵਾਜ਼ ਮਫਲਡ ਹੋ ਰਹੀ ਹੈ, ਮੈਨੂੰ ਹੀ ਹੋ ਰਹੀ ਹੈ ਜਾਂ ਬਾਕੀਆਂ ਨੂੰ ਵੀ ਹੈ ਪਲੀਜ਼? ਦੇਖੋ ਹੁਣ ਮੈਂ ਤਾਂ ਜੀ ਫੋਨ ਜਿਹੜਾ ਹੈਗਾ ਦੂਸਰਾ ਲਿਆ ਹੋਇਆ ਹੈ। ਉਹ ਵਾਲੀ ਪ੍ਰੋਬਲਮ ਨਹੀਂ, ਮਫਲਡ ਵਿੱਚ ਟੁੱਟਦੀ ਹੈ। ਅੱਛਾ, ਨਹੀਂ ਆਵਾਜ਼ ਤਾਂ ਠੀਕ ਹੈ ਭਾਈ ਸਾਹਿਬ। ਉਹ ਕਿਸੇ ਨੇ ਖੋਲਿਆ ਹੋਊਗਾ ਜਾਂ ਕਿਸੇ ਦਾ ਮਾਈਕ ਖੁੱਲਾ ਹੋਏਗਾ। ਨਹੀਂ, ਸਾਡੇ ਕੋਲ ਤਾਂ ਆਵਾਜ਼ ਠੀਕ ਆ ਰਹੀ ਹੈ। ਓਕੇ ਜੀ, ਆਵਾਜ਼ ਠੀਕ ਹੈ ਨਿੱਜਰ ਸਾਹਿਬ। ਓਕੇ ਜੀ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੱਲ ਕਰ ਰਹੇ ਸੀਗੇ ਬਈ ਜਿਹੜੀ ਚੀਜ਼ ਇਨਸਾਨ ਜਿਹੜਾ ਹੈਗਾ ਨਾ, ਇਨਸਾਨ ਦੇ ਕੋਲ ਜਿੰਨਾ ਕੁ ਉਹਦਾ ਡਾਟਾ ਹੁੰਦਾ ਹੈ ਨਾ, ਜਿੰਨੀ ਕੁ ਮੱਤ ਹੁੰਦੀ ਹੈ ਗੋਰਕੀ ਸਾਹਿਬ, ਉਹਦੇ ਨਾਲ ਹੀ ਸਾਰੀ ਚੀਜ਼ ਨੂੰ ਕੰਪੇਅਰ ਕਰਦਾ ਹੈ। ਇੱਕ ਇਨਸਾਨ ਨੂੰ ਨਾ ਆਪਾਂ ਵਿਵੇਕ ਬੁੱਧੀ ਜਿਹੜੀ ਹੈਗੀ, ਬਹੁਤ ਹੀ ਉੱਚ ਕੋਟੀ ਦਾ ਗਿਆਨ ਦਈਏ, ਉਹਨੇ ਕੀ ਕਰਨਾ ਹੈ? ਉਹਨੂੰ ਆਪਣੀ ਮੱਤ ਦੇ ਨਾਲ ਉਹਨੇ ਜਿਹੜਾ ਫਿਲਟਰ ਲਗਾ ਦੇਣਾ ਹੈ। ਜਿੰਨਾ ਕੁ ਉਹਦੀ ਮੱਤ ਦੇ ਵਿੱਚੋਂ ਦੀ ਆ ਰਿਹਾ, ਓਨਾ ਕੀ ਉਹਨੇ ਕਹਿਣਾ ਹੈ ਸੱਚ ਹੈ, ਬਾਕੀ ਨੂੰ ਉਹਨੇ ਕਹਿਣਾ ਨਹੀਂ ਹੈ, ਇਹ ਨਹੀਂ ਹੈ ਸੱਚ ਭਾਈ। ਉਹਨੂੰ ਡਾਇਲੂਟ ਕਰ ਦੇਣਾ ਹੈ। ਇਸ ਕਰਕੇ ਭਾਈ ਇਹ ਬ੍ਰਹਮ ਗਿਆਨ ਦੇ ਵਾਸਤੇ ਕੋਈ ਫਿਲਟਰ ਨਾ ਰੱਖੀਏ ਆਪਾਂ, ਬਸ ਸਮਝੀਏ ਵੀ ਜਿੰਨਾ ਕੁ ਆ ਗਿਆ ਸਾਨੂੰ ਜਿਹੜਾ ਹੈਗਾ ਮਾਲਕ ਮਿਹਰ ਕਰੇ, ਹੋਰ ਜਿਹੜਾ ਹੈਗਾ ਆਪਣੇ ਕੋਲ ਆ ਜਾਏ। ਕਲ ਕਲਵਾਲੀ ਕਾਮ ਮਦ ਮਨੁਆ ਪੀਵਨ ਹਾਰ, ਪਹਿਲੀ ਪਾਤਸ਼ਾਹੀ ਕਹਿ ਰਹੀ ਹੈ ਕਿ ਇਹ ਕਲਯੁਗੀ ਸੁਭਾਅ ਜਿਹੜਾ ਹੈਗਾ, ਅਸੀਂ ਗੁਰਕੀ ਸਾਹਿਬ 553 ਅੰਗ ਦੇ ਉੱਤੇ ਹੈਗੇ ਹਾਂ, ਔਰ 12ਵੀਂ ਪੌੜੀ ਲੈ ਰਹੇ ਹਾਂ, ਉਹਦਾ ਸ਼ਲੋਕ ਲੈ ਰਹੇ ਹਾਂ ਬਿਹਾਗੜੇ ਰਾਗ ਦੀ। ਤੇ ਮਹਾਰਾਜ ਪਹਿਲੀ ਪਾਤਸ਼ਾਹੀ ਕਹਿ ਰਹੀ ਹੈ
ਕਲਯੁਗੀ ਸੁਭਾਅ ਜਿਹੜਾ ਹੈਗਾ, ਤੁਹਾਡੇ ਖਰਖਰ ਆ ਗਈ ਜੀ ਗੁਰਕੀ ਸਾਹਿਬ, ਬਹੁਤ ਜ਼ਿਆਦਾ। ਕਲਯੁਗੀ ਸੁਭਾਅ ਜਿਹੜਾ ਹੈਗਾ ਉਹ ਕਲਵਾਲੀ ਹੈ। ਕਲਵਾਲੀ ਕਹਿੰਦੇ ਆ ਉਹ ਮੱਟੀ ਜਿਹਦੇ ਵਿੱਚ ਸ਼ਰਾਬ ਬਣਾਉਂਦੇ ਆ। ਔਰ ਕਾਮ ਜਿਹੜਾ ਹੈਗਾ, ਵਾਸਨਾ ਜਿਹੜੀ ਹੈਗੀ ਇਨਸਾਨ ਦੀ, ਇਹਦੀ ਸ਼ਰਾਬ ਹੈਗੀ ਆ। ਔਰ ਮਨੁਆ ਪੀਵਨ ਹਾਰ, ਔਰ ਮਨ ਜਿਹੜਾ ਹੈਗਾ ਉਹਨੂੰ ਹਮੇਸ਼ਾ ਪੀਂਦਾ ਆ। ਮਨ ਇਨਸਾਨ ਦਾ ਆਹੀ ਸ਼ਰਾਬ ਹਮੇਸ਼ਾ, ਕਾਮ ਦੀ, ਕਾਮਨਾਵਾਂ ਦੀ ਸ਼ਰਾਬ ਹਮੇਸ਼ਾ ਪੀਂਦਾ ਹੈ। ਕਲਯੁਗੀ ਸੁਭਾਅ ਆ ਕਲਾ ਵਾਲਾ। ਕ੍ਰੋਧ ਕਟੋਰੀ, ਔਰ ਕਟੋਰੀ ਕੀ ਹੈ? ਕ੍ਰੋਧ ਹੈ। ਕ੍ਰੋਧ ਦੀ ਕਟੋਰੀ ਹੈਗੀ। ਮੋਹ ਭਰੀ, ਔਰ ਮੋਹ ਦੇ ਨਾਲ ਮੋਹ ਦੀ ਜਿਹੜੀ ਸੁਰਾਹੀ ਹੈਗੀ ਆ, ਮੋਹ ਦੇ ਨਾਲ ਭਰੀ ਹੋਈ ਹੈ। ਪਿਲਾਵਾ ਅਹੰਕਾਰ, ਔਰ ਇਨਸਾਨ ਦਾ ਹਉਮੈ ਜਿਹੜੀ ਅਹੰਕਾਰ ਜਿਹੜਾ ਹੈਗਾ ਉਹ ਪਿਲਾ ਰਿਹਾ ਹੈ ਭਾਈ। ਆਪਣੀ ਮੱਤ ਛੱਡਦਾ ਹੀ ਨਹੀਂ ਹੈ ਇਨਸਾਨ। ਆਪਣੀ ਮੱਤ ਨੂੰ ਸਮਝਦਾ ਹੈ ਮੈਂ ਸਭ ਬਿਲਕੁਲ ਸਭ ਤੋਂ ਸਹੀ ਹੈਗਾ। ਫਿਰ ਮਜਲਸ ਕੂੜੇ ਲੱਭ ਕੀ ਪੀ ਹੋਏ ਖੁਆਰ। ਕਹਿੰਦੇ ਮਜਲਸ ਜਿਹੜੀ ਹੈਗੀ ਆ, ਉਹਦੀ ਸੰਗਤ ਜਿਹੜੀ ਹੈਗੀ ਆ, ਉਹ ਇਸੇ ਜਿਹੜੇ ਹੈਗੇ ਆ ਲੱਭ ਦੀ, ਲਾਲਚ ਦੀ ਹੈਗੀ ਉਹਦੀ ਸੰਗਤ। ਔਰ ਆਹ ਸ਼ਰਾਬ ਜਿਹੜੀ ਕਾਮ ਦੀ ਸ਼ਰਾਬ, ਇਹਨੂੰ ਪੀ ਕੇ ਜਿਹੜਾ ਹੈਗਾ ਖੁਆਰ ਹੁੰਦੇ ਆ ਇਨਸਾਨ ਦਾ ਮਨ। ਇਨਸਾਨ ਜਿਹੜਾ ਹੈਗਾ, ਇਹ ਜੋ ਵਿਸ਼ੇ ਵਿਕਾਰ ਹੈਗੇ, ਇਹਨਾਂ ਦੇ ਵਿੱਚ ਹੀ ਜਿਹੜਾ ਹੈਗਾ ਆਪਣਾ ਮਨੁੱਖੀ ਜੂਨ, ਇਹਨਾਂ ਕੀਮਤੀ ਜੂਨ ਜਿਹੜੀ ਹੈਗੀ ਉਹਨੂੰ ਗਵਾ ਦਿੰਦਾ ਹੈ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਪਹਿਲਾਂ ਤੇ ਉਹ ਕਹਿ ਰਹੇ ਨੇ ਕਿ ਕਲਵਾਲੀ ਕਾਮ ਮਦ ਮਨੁਆ ਪੀਵਨ ਹਾਰ। ਗੁਰਕੀ ਸਾਹਿਬ ਤੁਹਾਡਾ ਨਾ ਫੋਨ ਜਿਹੜਾ ਹੈ ਨਾ ਬਾਰ ਉਹ ਫਿਰ ਖਰ 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 ਹੋਈ ਤੁਹਾਡੇ। ਇੱਕ ਸੈਕਿੰਡ ਨਿੱਜੇ ਸਾਹਿਬ, ਈਅਰਫੋਨ ਅਜੇ ਵੀ ਉਦੋਂ ਆ ਰਿਹਾ? ਹੁਣ ਠੀਕ ਹੈ, ਹੁਣ ਠੀਕ ਹੈ। ਠੀਕ ਹੈ ਜੀ। ਉਹ ਕਹਿ ਰਹੇ ਨੇ ਕਿ ਜਿਹੜਾ ਮਨ ਹੈ ਉਹ ਕਾਮ ਦੀ ਸ਼ਰਾਬ ਪੀਂਦਾ ਹੈ। ਕਿਉਂਕਿ ਮਨ ਹੀ ਤੇ ਭੋਗਾਂ ਨੂੰ ਭੋਗਦਾ। ਬਿਲਕੁਲ। ਬਾਣੀ ਚ ਵੀ ਕਿਹਾ ਮਨ ਕੋ ਜਨਮ ਕੀ ਮਨ ਲੱਗੀ। ਕਿਉਂਕਿ ਜਿਹੜਾ ਕੰਮ ਕਰੂਗਾ ਗੰਦਾ ਉਹੀ ਹੋਊਗਾ ਨਾ। ਚਿੱਤ ਨੂੰ ਮਲੀਨ ਕਰ ਲੈਂਦਾ ਹੈ। ਫਿਰ ਅਗਲੇ ਬੰਨੇ ਕਹਿ ਰਹੇ ਨੇ ਕਿ ਕ੍ਰੋਧ ਕਟੋਰੀ ਮੋਹ ਤੇ ਕ੍ਰੋਧ ਭਰੀ ਪਿਲਾਵਾ ਅਹੰਕਾਰ। ਹੰਕਾਰ ਪਿਲਾ ਰਿਹਾ ਆ ਇਨਸਾਨ। ਆਪਣਾ ਹੰਕਾਰ ਹੈ, ਆਪਣੀ ਮੱਤ ਛੱਡਦਾ ਹੀ ਨਹੀਂ ਹੈ। ਔਰ ਕ੍ਰੋਧ ਦੀ ਕਟੋਰੀ ਹੈਗੀ ਆ। ਔਰ ਮੋਹ ਦੇ ਮੋਹ ਭਰਿਆ ਪਿਆ। ਮੋਹ ਉਹਦੇ ਅੰਦਰ ਜਿਹੜਾ ਹੈਗਾ, ਇਹ ਨਿੱਜਰ ਸਾਹਿਬ ਮੋਹ ਦੀ ਜਿਹੜੀ ਹੈ, ਤੇ ਮੋਹ ਤੇ ਬਾਅਦ ਚ ਆਉਂਦਾ। ਪਹਿਲਾਂ ਆਉਂਦਾ ਕ੍ਰੋਧ। ਕ੍ਰੋਧ ਜਿਹੜਾ ਹੈ ਨਾ, ਦੇਖੋ ਕ੍ਰੋਧ ਕੀ ਹੈ ਕਿ ਜਾਂ ਹਉਮੈ ਕਹਿ ਲਓ, ਇਹ ਜਿਹੜੇ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜਾ ਹਉਮੈ ਹੈ ਨਾ। ਗੁਰਜੀਤ ਜੀ ਮਾਈਕ ਬੰਦ ਕਰ ਦਿਓ, ਤੁਸੀਂ ਕੁਝ ਕਹਿਣਾ? ਜੱਜ ਸਾਹਿਬ ਗੁਰਜੀਤ ਜੀ ਦਾ ਮਾਈਕ ਬੰਦ ਕਰ ਦਿਓ। ਕਮਾਲ ਹੀ ਕਰਦੇ ਆ। ਦੇਖੋ ਇਹ ਕੁਝ ਸਿੱਖਣ ਆਇਆ ਕਿ ਕੀ ਕਰਨਾ ਹੈ, ਮੈਨੂੰ ਨਹੀਂ ਸਮਝ ਆ ਰਿਹਾ। ਮੈਨੂੰ ਲੱਗਦਾ ਮੋਟਰਸਾਈਕਲ ਤੇ। ਅੱਛਾ ਹੁਣ ਇਹ ਜਿਹੜਾ ਹੁਣ ਦੇਖੋ ਹਉਮੈ ਜਿਹੜਾ ਨਾ, ਹਉਮੈ ਜਿੰਨਾ ਚਿਰ ਤੱਕ ਤੁਸੀਂ ਭਗਤੀ ਨਹੀਂ ਕਰਦੇ ਨਾ, ਉਹਨਾਂ ਚਿਰ ਤੱਕ ਨਾ ਤੇ ਕਾਮ ਤੋਂ, ਨਾ ਕ੍ਰੋਧ ਤੋਂ, ਨਾ ਲੋਭ ਤੋਂ, ਨਾ ਮੋਹ ਤੋਂ, ਨਾ ਹੰਕਾਰ ਤੋਂ ਮੁਕਤੀ ਪ੍ਰਾਪਤ ਹੋਣੀ ਹੈ। ਦੇਖੋ ਜਿਹੜਾ ਜਦੋਂ ਸਾਡਾ ਅਸੀਂ ਕੋਈ ਮਾੜਾ ਕੰਮ ਕਰਦੇ ਆ ਨਾ, ਤੇ ਸਾਡਾ ਉਹਦੇ ਨਾਲ ਕਿੰਨਾ ਚਿੱਤ ਮਲੀਨ ਹੋ ਜਾਂਦਾ। ਤੇ ਜਦੋਂ ਤੁਹਾਡਾ ਚਿੱਤ ਮਲੀਨ ਹੋ ਗਿਆ, ਇਹਦਾ ਮਤਲਬ ਕਿ ਕਾਰਨ ਸਰੀਰ ਦੇ ਵਿੱਚ ਕਾਫੀ ਕੁਝ ਚਲਾ ਗਿਆ, ਤੇ ਚਿੱਤ ਦੇ ਵਿੱਚ ਡਿਸਪਲੇ ਹੁੰਦੀ ਹੈ ਜੀ। ਤੇ ਹੁਣ ਜਦੋਂ ਚਿੱਤ 'ਚ ਡਿਸਪਲੇ ਹੁੰਦੀ ਆ, ਤੇ ਫਿਰ ਮਨ ਉਹਨੂੰ ਦੇਖਦਾ ਹੈ। ਵਿਚਾਰ ਵੀ ਉਹਦੇ ਬਣਦੇ ਨੇ ਜਿਹਦੇ ਚਿੱਤ 'ਚ ਡਿਸਪਲੇ ਹੋਣੀ। ਫਿਰ ਮਨ ਉਹਨੂੰ ਫੜਦਾ ਹੈ, ਮਨ ਉਹਨੂੰ ਭੋਗਾਂ ਨੂੰ ਭੋਗਦਾ ਹੈ। ਹੁਣ
ਹੁਣ ਇੱਕ ਚੀਜ਼ ਨੂੰ ਦੇਖੋ ਕਿ ਜਿਹੜਾ ਮਲੀਨ ਚਿੱਤ ਹੈ ਨਾ, ਦੇਖੋ ਇਹਨੂੰ ਪਵਿੱਤਰ ਕਰਨ ਦੀ ਵਿਧੀ ਕੀ ਹੈ? ਇਹਦੀ ਵਿਧੀ ਕੇਵਲ ਇੱਕ ਹੈ ਕਿ ਤੁਹਾਡਾ ਧਿਆਨ ਇਕਾਗਰ ਹੋ ਜਾਏ। ਹੋਰ ਕੋਈ ਰਸਤਾ ਨਹੀਂ ਹੈਗਾ। ਜਿਹੜਾ ਆਪਾਂ ਕਰਮ ਕਰਦੇ ਆ ਨਾ, ਕਰਮ ਕਰਨ ਦਾ ਮਤਲਬ ਇਹ ਹੈ ਕਿ ਕੇਵਲ ਕਰਨ ਤੱਕ ਗੱਲ ਰਹਿ ਜਾਂਦੀ ਆ। ਜੇਕਰ ਆਪਾਂ ਚਾਹੁੰਦੇ ਕਿ ਆਪਣੇ ਚਿੱਤ ਨੂੰ ਕੁਝ ਉਚਾਈ ਪ੍ਰਾਪਤ ਹੋ ਜਾਏ, ਚਿੱਤ ਜਿਹੜਾ ਨਿਰਮਲ ਹੋ ਜਾਏ, ਉਹ ਸ਼ੁੱਧ ਹੋ ਜਾਏ, ਤੇ ਫਿਰ ਸਾਡੇ ਕੋਲ ਕੇਵਲ ਇੱਕ ਹੀ ਸਾਧਨ ਹੈ, ਉਹ ਹੈ ਧਿਆਨ। ਧਿਆਨ ਦਾ ਮਤਲਬ ਇਹੋ ਹੀ ਹੈ ਕਿ ਜਦੋਂ ਸਾਡਾ ਧਿਆਨ ਇਕਾਗਰ ਹੋ ਜਾਂਦਾ ਹੈ ਨਾ, ਇਕੱਲੇ ਧਿਆਨ ਇਕਾਗਰ ਹੋਣ ਦੇ ਨਾਲ ਨਹੀਂ ਗੱਲ ਬਣੇਗੀ। ਧਿਆਨ ਇਕਾਗਰ ਹੋਣ ਤੋਂ ਬਾਅਦ ਜਦੋਂ ਅਸੀਂ ਆਤਮਾ ਦੇ ਸਨਮੁਖ ਹੋ ਜਾਂਦੇ ਹਾਂ ਨਾ, ਆਪਣੀ ਆਤਮਾ ਨੂੰ ਦੇਖਦੇ ਹਾਂ, ਉਸ ਤੋਂ ਬਾਅਦ ਹੀ ਸਾਨੂੰ ਹਉਮੈ ਤੋਂ, ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ, ਮੋਹ ਤੋਂ, ਹੰਕਾਰ ਤੋਂ ਮੁਕਤੀ ਮਿਲਦੀ ਹੈ। ਜੇਕਰ ਆਪਾਂ ਇਹ ਸੋਚਦੇ ਹਾਂ ਕਿ ਆਪਾਂ ਕੋਈ ਏਦਾਂ ਜਿਹੜਾ ਕਰਮ ਕਾਂਡ ਕਰੀਏ ਉਹਦੇ ਨਾਲ ਜੀਵਨ 'ਚ ਉਚਾਈ ਆ ਜਾਏਗੀ, ਉਹ ਪੋਸੀਬਲ ਹੀ ਨਹੀਂ ਹੈਗਾ ਨਾ। ਕਿਉਂਕਿ ਉਹ ਸਾਰੀਆਂ ਜੋ ਵੀ ਚੀਜ਼ਾਂ ਹੈਗੀਆਂ ਨੇ ਸਾਰੀਆਂ ਸੂਖਮ ਨੇ। ਆਪਾਂ ਜੋ ਸਰੀਰ ਤੋਂ ਕੰਮ ਕਰਾਉਂਦੇ ਨਾ, ਸਰੀਰ ਦੇ ਰਾਹੀਂ ਚੰਗੇ ਤੇ ਮਾੜੇ ਕਰਮ ਹੋ ਸਕਦੇ ਆ, ਪਰ ਜਿਹੜਾ ਅੰਦਰ ਜੋ ਕਾਰਨ ਸਰੀਰ ਹੈ ਉਹ ਤੁਹਾਨੂੰ ਧਿਆਨ ਦੇ ਨਾਲ ਹੀ, ਸਿਮਰਨ ਦੇ ਨਾਲ ਹੀ ਸਹੀ ਕਰਨਾ ਪਵੇਗਾ। ਉਹਦੇ 'ਚ ਜ਼ਿਆਦਾ ਆਪਸ਼ਨ ਨਹੀਂ ਹੈਗੇ। ਹੁਣ ਦੇਖੋ ਇੱਕ ਚੀਜ਼ ਦੇਖੋ, ਜਿਹੜੀ ਗ੍ਰੰਥਾਂ ਦੇ ਵਿੱਚ ਬੜੀ ਵਧੀਆ ਗੱਲ ਸਮਝਾਈ ਹੈ ਕਿ ਤੈਨੂੰ ਆਤਮ ਗਿਆਨ ਪ੍ਰਾਪਤ ਕਰਨਾ ਪਵੇਗਾ। ਜਸਨਿੰਦਰ ਜੀ ਤੁਸੀਂ ਕੁਝ ਕਹਿਣਾ ਮਾਈਕ ਤੇ? ਨਹੀਂ, ਫਿਰ ਤੁਸੀਂ ਬੰਦ ਕਰ ਦੋ ਨਾ ਮਾਈਕ ਆਪਣਾ ਜੀ। ਜਸਨਿੰਦਰ ਜੀ ਤੁਸੀਂ ਮਾਈਕ ਔਨ ਕਰ ਲਿਆ? ਮੈਂ ਬੰਦ ਕਰਤਾ ਜੀ। ਠੀਕ ਹੈ, ਪਤਾ ਨਹੀਂ ਬੰਦ ਹੋਇਆ ਨਹੀਂ ਜੀ, ਕੋਰਖੀ ਸਾਹਿਬ ਨਹੀਂ ਹੋਇਆ। ਕੋਈ ਨਹੀਂ। ਅੱਛਾ, ਇੱਥੇ ਜਿਹੜਾ ਸੈਲਫ ਰਿਅਲਾਈਜੇਸ਼ਨ ਦਾ ਮਤਲਬ ਹੈ ਕਿ ਆਤਮ ਗਿਆਨ ਪ੍ਰਾਪਤ ਕਰਨਾ। ਆਤਮ ਗਿਆਨ ਦੇਖੋ, ਜਿਹੜਾ ਆਤਮ ਗਿਆਨ ਹੈ ਨਾ, ਜਿਹੜਾ ਪੜ੍ਹਿਆ ਗਿਆ ਗਿਆਨ ਹੈ, ਉਹ ਕੇਵਲ ਸਾਡਾ ਮਾਰਗਦਰਸ਼ਨ ਕਰਦਾ ਹੈ। ਜਿੱਦਾਂ ਇੱਕ ਲਾਈਟ ਆ, ਤੁਹਾਡੀ ਲਾਈਟ ਮਤਲਬ ਤੁਹਾਡੀ ਕਾਰ ਦੇ ਗੜੀ ਹੈਡਲਾਈਟਾਂ ਲੱਗੀਆਂ, ਤੇ ਕੀ ਹੈ ਲਾਈਟਾਂ ਦੇ ਨਾਲ ਕੀ ਉਹ ਸੜਕ ਦਿਖਾਈ ਦੇਣ ਡੈ ਪਈ ਆ, ਪਰ ਜੇਕਰ ਤੁਸੀਂ ਗੱਡੀ ਨਹੀਂ ਚਲਾਈ ਤੇ ਨਜ਼ਰ ਸਾਹਿਬ ਕੋਈ ਫਾਇਦਾ ਹੈਗਾ ਨਾ। ਉਹਦੇ ਇਹ ਕਿ ਤੁਹਾਡਾ ਮਾਰਗਦਰਸ਼ਨ ਕਰੇਗਾ। ਗਿਆਨ ਜਿਹੜਾ ਆਪਾਂ ਪੜ੍ਹਦੇ ਆ ਨਾ, ਇਹ ਕੇਵਲ ਤੁਹਾਡੀ ਬੁੱਧੀ ਦੇ ਇੱਕ ਹਿੱਸੇ ਵਿੱਚ ਸਟੋਰ ਹੋ ਜਾਂਦਾ ਹੈ, ਜੋ ਤੁਹਾਡਾ ਮਾਰਗਦਰਸ਼ਨ ਕਰਦਾ ਹੈ। ਜੋ ਸਹੀ ਤੇ ਗਲਤ ਦੇ ਵਿੱਚ ਜੋ ਫਰਕ ਹੈ ਤੁਹਾਨੂੰ ਉਹ ਸਮਝਾਉਂਦਾ। ਜਿੱਦਾਂ ਆਪਣੇ ਮਾਂ-ਬਾਪ ਸਾਨੂੰ ਸਮਝਾਉਂਦੇ ਨਾ ਕਿ ਪੁੱਤ ਆਹ ਕੰਮ ਨਾ ਕਰੋ, ਪੜ੍ਹਾਈ ਕਰੋ, ਪੜ੍ਹ ਲਿਖ ਜਾਓ, ਤਾਂ ਜੋ ਤੁਸੀਂ ਜੀਵਨ ਦੇ ਵਿੱਚ ਤਰੱਕੀ ਕਰ ਲੋਗੇ, ਸੋਹਣਾ ਜੀਵਨ ਹੋ ਜਾਏਗਾ ਤੁਹਾਡਾ। ਤੇ ਜੇਕਰ ਆਪਾਂ ਸੋਚੀਏ ਇਕੱਲੀਆਂ ਗੱਲਾਂ ਸੁਣ ਲਈਏ ਤੇ ਗੱਲ ਖਤਮ ਹੋ ਗਈ, ਤਾਂ ਕੋਈ ਫਾਇਦਾ ਨਹੀਂ ਹੈਗਾ। ਉਹਨਾਂ ਗੱਲਾਂ ਦੇ ਉੱਪਰ ਸਾਨੂੰ ਅਮਲ ਕਰਨਾ ਪਵੇਗਾ। ਸਾਨੂੰ ਉਹ ਜਿੱਦਾਂ ਜੋ ਕਰਨ ਵਾਸਤੇ ਕਹਿ ਰਹੇ ਨੇ ਆਪਾਂ ਉਹ ਕਰੀਏ, ਜੋ ਸਾਨੂੰ ਨਾ ਕਰਨ ਵਾਸਤੇ ਕਹਿ ਰਹੇ ਨੇ ਆਪਾਂ ਉਹ ਨਾ ਕਰੀਏ, ਫਿਰ ਗੱਲ ਬਣੇਗੀ। ਇਸੇ ਤਰ੍ਹਾਂ ਜਿਹੜਾ ਗਿਆਨ ਹੁੰਦਾ ਨਾ, ਦੇਖੋ ਗ੍ਰੰਥਾਂ ਦੇ ਵਿੱਚ ਜਿਹੜਾ ਦਿੱਤਾ ਗਿਆਨ ਹੈ, ਇਹਦਾ ਘੋਟਾ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਇਹ ਤੇ ਸਮਝਣ ਦਾ ਵਿਸ਼ਾ, ਜੋ ਕਹਿ ਰਹੇ ਨੇ ਉਹ ਕਰਨਾ ਹੈ, ਜੋ ਕਹਿ ਰਹੇ ਨੇ ਨਹੀਂ ਕਰਨਾ ਹੈ। ਕਿਉਂ? ਕਿਉਂਕਿ ਦੇਖੋ ਪਤਾ ਕੀ ਹੁੰਦਾ, ਅਸੀਂ ਉਹਨਾਂ ਚਿਰ ਤੱਕ ਸੱਚ ਦੇ ਆਮਣੇ ਸਾਹਮਣੇ ਨਹੀਂ ਹੋ ਸਕਦੇ, ਸੁਰਖਰੂ ਨਹੀਂ ਹੋ ਸਕਦੇ, ਜਿੰਨਾ ਚਿਰ ਤੱਕ ਅਸੀਂ ਆਪਣੇ ਅੰਦਰ ਜੋ ਆਪਣੀ ਆਤਮਾ ਹੈ ਉਹਨੂੰ ਦੇਖਦੇ ਨਹੀਂ। ਆਤਮਾ ਨੂੰ ਦੇਖਾਂਗੇ ਤੇ ਨਾਲ ਆਪਣੇ ਕਰਮਾਂ ਦੇ ਉੱਪਰ ਧਿਆਨ ਦੇਵਾਂਗੇ ਕਿ ਸਾਡੇ ਜਿਹੜੇ ਕਰਮ ਹੈ ਉਹ ਕਿੱਦਾਂ ਦੇ ਨੇ, ਕਿਸ ਲੈਵਲ ਦੇ ਮੈਂ ਕਰਮ ਕਰਦਾ ਪਿਆ। ਹੁਣ ਜਦੋਂ ਮੇਰੇ ਕਰਮ ਏਡੇ ਵਧੀਆ ਨਹੀਂ ਆ, ਫਿਰ ਉਹਦੇ ਨਾਲ ਕੀ ਹੋਵੇਗਾ ਕਿ ਮੈਨੂੰ ਥੋੜਾ ਗਿਆਨ ਹੋਵੇਗਾ ਕਿ ਇੱਥੇ ਮੈਂ ਗੜਬੜ ਕਰਦਾ ਪਿਆ। ਹੁਣ ਗੜਬੜ ਕਰਦਾ ਪਿਆ ਉੱਥੇ, ਫਿਰ ਮੈਂ ਦੁਬਾਰਾ ਜਦੋਂ ਵੀ ਉਦਾਂ ਦੇ ਹਾਲਾਤ ਆਉਣਗੇ ਤੇ ਮੈਂ ਉਦਾਂ ਦੀ ਗੜਬੜ ਨਹੀਂ ਕਰਾਂ। ਹੁਣ ਦੇਖੋ ਹਉਮੈ ਦੇ ਕਰਕੇ ਕੀ ਹੁੰਦਾ ਕਿ ਘਰ ਜਿਹੜੇ ਨਾ ਉਜੜ ਜਾਂਦੇ। ਹੁਣ ਆਮ ਤੌਰ ਤੇ ਤੁਸੀਂ ਦੇਖਿਆ ਹੁੰਦਾ ਤਲਾਕ ਹੋ ਜਾਂਦਾ, ਤੇ ਤਲਾਕ ਹੋਣ ਦੇ ਪਿੱਛੇ ਜਿਹੜਾ ਕਾਰਨ ਹੁੰਦਾ ਨਾ ਨਿੱਜਾ ਸਾਹਿਬ, ਉਹ ਹਉਮੈ ਹੁੰਦੀ ਹੈ। ਇੱਕ ਬੰਦਾ ਵਿਚਾਰਾ ਵੇਖੋ, ਕਈ ਵਾਰੀ ਵੇਖੋ ਪਤਨੀ ਹੁੰਦੀ ਜਾਂ ਪਤੀ ਕਹਿ ਲਓ, ਇਹ ਦੋਨੇ ਹੀ ਮੈਂ ਕਰਦਾ, ਤੇ ਉਹ ਵਿਚਾਰੇ ਚਾਹੁੰਦੇ ਨੇ ਕਿ ਘਰ ਦੇ ਸ਼ਾਂਤੀ ਬਣੀ ਰਵੇ, ਉਹ ਇੱਕ ਦੂਜੇ ਨੂੰ ਸੌਰੀ ਕਹਿ ਦਿੰਦੇ ਆ ਨਿੱਜਾ ਸਾਹਿਬ। ਤੇ ਜਿਹੜਾ ਬੰਦਾ ਹਉਮੈ ਚ ਹੁੰਦਾ ਨਾ ਨਿੱਜਾ ਸਾਹਿਬ, ਸੌਰੀ ਸੂਰੀ ਨਹੀਂ ਕਹਿੰਦਾ, ਉਹ ਆਪਣੀ ਸੌਰੀ ਨੂੰ ਕੈਰੀ ਔਨ ਕਰਦਾ। ਉਹ ਕਿਉਂਕਿ ਉਹਦੀ ਹਉਮੈ ਹੀ ਉਹਦੇ ਧੌਣ ਦੇ ਵਿੱਚ ਇੱਕ ਸਰੀਆ ਵਾੜ ਦਿੰਦੀ, ਉਹ ਬੰਦਾ ਧੌਣ ਥੱਲੇ ਨਹੀਂ ਕਰਦਾ। ਅਸਲ ਦੇ ਵਿੱਚ ਸੌਰੀ ਦਾ ਮਤਲਬ ਇਹ ਨਹੀਂ ਹੈ ਕਿ ਉਹ ਸਹੀ ਜਾਂ ਗਲਤ ਹੈ। ਉਹ ਚਾਹੁੰਦਾ ਹੈ ਕਿ ਯਾਰ ਘਰ 'ਚ ਸ਼ਾਂਤੀ ਬਣੀ ਆ, ਤੇ
ਇਹ ਛੋਟੀ ਜਿਹੀ ਗੱਲ ਬਦਲੇ, ਮੈਂ ਕੱਲ ਨੂੰ ਆਪਣੇ ਘਰ ਦੀ ਸ਼ਾਂਤੀ ਖਰਾਬ ਕਰਾਂ, ਨਾਲੇ ਮੈਂ ਇੰਨੇ ਸਾਲਾਂ ਤੋਂ ਇਕੱਠਾ ਰਹਿ ਰਿਹਾ ਵਾਂ ਜਾਂ ਰਹਿ ਰਹੀ ਹਾਂ, ਬੱਚੇ ਵੀ ਹੋ ਗਏ ਆ, ਤੇ ਹੁਣ ਜ਼ਿਆਦਾ ਫਸਾਦ ਪਾਉਣ ਦਾ ਫਾਇਦਾ ਨਹੀਂ ਹੈ, ਕਿਉਂਕਿ ਸਿੱਟਾ ਐਡਾ ਵਧੀਆ ਨਹੀਂ ਹੈਗਾ। ਹੁਣ ਇਹ ਇੱਕ ਬਹੁਤ ਵਧੀਆ ਤਰੀਕਾ ਹੈ ਕਿ ਆਪਾਂ ਆਪਣੇ ਆਪ ਨੂੰ ਡਾਊਨ ਕਰ ਲੈਂਦੇ ਆ, ਆਪਣੀ ਹਉਮੈ ਨੂੰ ਥੱਲੇ ਕਰ ਲੈਂਦੇ ਆ, ਤੇ ਉਹ ਜਿਹੜਾ ਮੈਟਰ ਆ ਨਿੱਜਰ ਸਾਹਿਬ, ਉਹ ਸਮਾਂ ਲੰਘ ਜਾਂਦਾ, ਉਹ ਮੁੜ ਕੇ 2 ਦਿਨ ਬਾਅਦ ਉਹ ਬੰਦਾ ਵੀ ਸੁਧਰ ਜਾਂਦਾ, ਨਿੱਜਰ ਸਾਹਿਬ ਅਗਲਾ ਵੀ, ਬਿਲਕੁਲ ਉਹਨੂੰ ਵੀ ਰਿਅਲਾਈਜ਼ ਹੋ ਜਾਂਦਾ, ਏਡਾ ਮੂਰਖ ਥੋੜੀ ਹੁੰਦਾ। ਪਰ ਉਦੋਂ ਜਿਹੜਾ ਸਮਾਂ ਸੀ, ਉਦੋਂ ਇੱਕ ਬੰਦੇ ਦਾ ਝੁਕ ਜਾਣਾ ਬਹੁਤ ਵਧੀਆ, ਇਹ ਬਹੁਤ ਵਧੀਆ ਗੱਲ ਹੈ ਜੇਕਰ ਤੁਸੀਂ ਆਪਣੇ ਜੀਵਨ 'ਚ ਅਪਲਾਈ ਕਰਦੇ ਜੋ। ਹੁਣ ਜਿੰਨਾ ਚਿਰ ਤੱਕ ਆਪਾਂ ਆਤਮਾ ਦੇ ਚਰਨਾਂ 'ਚ ਆਪਣੇ ਆਪ ਨੂੰ ਸਮਰਪਣ ਨਹੀਂ ਨਾ ਕਰਦੇ, ਤੁਹਾਡੇ ਜੀਵਨ ਦੇ ਵਿੱਚ ਇਹ ਜਿਹੜੇ ਔਗਣ ਆ ਇਹ ਸ਼ਾਂਤ ਨਹੀਂ ਹੋਣੇ, ਕਿਉਂਕਿ ਇਹਨਾਂ ਔਗਣਾਂ ਤੋਂ ਜਿਹੜਾ ਮੁਕਤ ਹੈ ਨਾ ਉਹ ਪ੍ਰਮਾਤਮਾ ਹੈ। ਔਰ ਆਤਮਾ ਜਿਹੜੀ ਹੈ ਨਾ, ਉਹ ਆਤਮਾ ਸੱਚ ਹੈਗੀ ਜੀ, ਪਰਮਾਤਮਾ ਔਰ ਆਤਮਾ ਸੱਚ ਹੈਗੇ। ਹਾਂਜੀ ਹਾਂ, ਉਹ ਸੱਚ ਹੈਗੇ ਨੇ। ਹੁਣ ਉਹ ਜਦੋਂ ਸੱਚ ਦੇ ਲਾਗੇ ਜਾਂਦੇ ਨੇ ਨਿੱਜਰ ਸਾਹਿਬ, ਤੇ ਸਾਡੇ ਜੀਵਨ 'ਚ ਸੱਚ ਆਉਣਾ ਸ਼ੁਰੂ ਹੋ ਜਾਂਦਾ ਹੈ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਹਾਂ, ਜਦੋਂ ਤੁਹਾਡੇ ਜੀਵਨ 'ਚ ਸੱਚ ਆ ਗਿਆ ਨਾ, ਤੁਸੀਂ ਸੱਚ ਨੂੰ ਫੜਨਾ ਸ਼ੁਰੂ ਕਰੋ। ਦੇਖੋ ਇਹ ਤਾਂ ਆਪਾਂ ਝੂਠ ਨੂੰ ਫੜਦੇ ਪਏ, ਇਹ ਤਾਂ ਤੁਹਾਨੂੰ ਹੀ ਪਤਾ ਹੈ, ਬੜਾ ਔਖਾ ਹੈ ਸੱਚ ਨੂੰ ਫੜਨਾ। ਪਰ ਕਬੀਰ ਸਾਹਿਬ ਪਤਾ ਕੀ ਕਹਿ ਰਹੇ ਨੇ? ਕਬੀਰ ਸਾਹਿਬ ਕਹਿ ਰਹੇ ਨੇ ਕਿ ਇੱਕ ਔਕੜ ਘਾਟੀ ਰਾਮ ਕੀਤਾ ਚੜ ਰਹੇ ਹੋ ਕਬੀਰ, ਮਤਲਬ ਉਹ ਪਹਾੜ ਦੇ ਉੱਪਰ ਚੜ ਰਹੇ ਨੇ। ਪਰ ਤੁਹਾਨੂੰ ਪਤਾ ਕਿ ਜਦੋਂ ਆਪਾਂ ਕਿਸੇ ਪਹਾੜ ਤੇ ਚੜ ਜਾਂਦੇ ਹਾਂ ਨਿੱਜਰ ਸਾਹਿਬ, ਫਿਰ ਦੂਰ ਦੀਆਂ ਚੀਜ਼ਾਂ ਜਿਹੜੀਆਂ ਨਾ ਬੜੀਆਂ ਛੋਟੀਆਂ ਛੋਟੀਆਂ ਨਜ਼ਰ ਆਉਂਦੀਆਂ ਨੇ। ਬਿਲਕੁਲ ਬਿਲਕੁਲ। ਔਰ ਦੂਸਰੀ ਚੀਜ਼ ਇਹ ਹੈਗੀ ਗੋਰਖੀ ਸਾਹਿਬ ਕਿ ਜਿਉਂ-ਜਿਉਂ ਆਪਾਂ ਜਿਹੜੇ ਹੈਗੇ ਨਾ ਸੱਚ ਵੱਲ ਨੂੰ ਤੁਰਦੇ ਆ ਨਾ ਗੋਰਖੀ ਸਾਹਿਬ, ਤੇ ਨੇੜੇ ਆ ਜਾਂਦਾ ਹੈ, ਸੱਚ ਨੇੜੇ ਆਈ ਜਾ ਰਿਹਾ ਹੈ। ਹਾਂ ਨਿੱਜਰ ਸਾਹਿਬ, ਜਦੋਂ ਤੁਸੀਂ ਸਹੀ ਮਾਰਗ ਤੇ ਚੱਲੋਗੇ ਤੇ ਤੁਹਾਡੇ ਮੰਜ਼ਿਲ ਲਾਗੇ ਆਉਣੀ ਹੈ ਨਾ। ਬਿਲਕੁਲ। ਆਪ ਜਦੋਂ ਗਲਤ ਜਾਂਦੇ ਆ ਤਾਂ ਮੰਜ਼ਿਲ ਦੂਰ ਹੋ ਜਾਂਦੀ ਆ, ਹਰ ਦਿਨ ਦੂਰ ਹੋਈ ਜਾਂਦੀ ਆ। ਹਾਂ, ਤੇ ਜਦੋਂ ਆਪਾਂ ਆਪਣੀ ਡਾਇਰੈਕਸ਼ਨ ਸਹੀ ਕਰ ਲਈ ਆ, ਕਿਸੇ ਨੇ ਕਿਹਾ ਤਾਂ ਕਿ ਚਰਨਜੀਤ ਤੇ ਨਿੱਜਰ ਸਾਹਿਬ ਗੱਡੀ ਮੋੜੋ, ਮੰਜ਼ਿਲ ਤੁਹਾਡੀ ਬੈਕ ਸਾਈਡ ਤੇ। ਬਿਲਕੁਲ। ਤੇ ਨੈਚੁਰਲੀ ਉਹ ਹਰ ਦਿਨ ਉਹ ਮੰਜ਼ਿਲ ਸਾਡੇ ਕਰੀਬ ਆ ਜਾਣੀ। ਹੁਣ ਇੱਕ ਗੱਲ ਨੂੰ ਆਪਾਂ ਸਮਝੀਏ ਕਿ ਕਬੀਰ ਸਾਹਿਬ ਜਦੋਂ ਉੱਪਰ ਚੜ ਰਹੇ ਨੇ, ਫਿਰ ਉਹ ਕਹਿ ਰਹੇ ਨੇ ਕਿ ਮੈਂ ਉੱਪਰ ਜਾ ਕੇ ਦੇਖ ਰਿਹਾ ਹਾਂ ਜਿਹੜੇ ਭੂਖ ਕੁਛ ਨਹੀਂ ਹੈਗੇ, ਬਹੁਤ ਮਾਮੂਲੀ ਨੇ। ਕਿਉਂ ਮਾਮੂਲੀ ਨੇ? ਕਿਉਂਕਿ ਉਹ ਬੜੀ ਹਾਈਟ ਤੇ ਚੜ ਗਏ ਨੇ, ਆਤਮਾ ਦੇ ਲੈਵਲ 'ਚ ਉਹਨਾਂ ਦੀ ਸੁਰਤੀ ਚੜ ਗਈ ਹੈ। ਫਿਰ ਅਗਲੇ ਬੰਨੇ ਕਲੇਮ ਵੀ ਕਰਦੇ ਆ, ਨਾਕੋ ਮੁੰਡੀ ਕਾਨੋ ਕਾਟੀ, ਨਾਕੋ ਕਾਟੀ ਕਾਨੋ ਕਾਟੀ, ਕਾਟ ਕੂਟ ਕੇ ਡਾਰੀ। ਹਾਂ ਏਦਾਂ ਬੋਲਦੇ ਨੇ ਆਪਣੀ ਬਾਣੀ 'ਚ ਕਿ ਭਈ ਮੈਂ ਉਹਦਾ ਮਤਲਬ ਨੱਕ ਵੀ ਵੱਢਦਾ ਹੈ ਨਾ, ਜੋ ਵੀ ਹੈ। ਤੇ ਉਹ ਮਤਲਬ ਇਹੋ ਹੀ ਹੈ ਕਿ ਮੈਂ ਹੁਣ ਕਾਫੀ ਉਚਾਈ ਤੇ ਆ ਗਿਆ, ਤੇ ਜਿੱਥੇ ਆ ਕੇ ਮੈਨੂੰ ਚੀਜ਼ਾਂ ਬੜੀਆਂ ਸਪਸ਼ਟ ਤੇ ਕਲੀਅਰ ਦਿਖਾਈ ਦੇ ਰਹੀਆਂ ਨੇ। ਮੈਨੂੰ ਪਤਾ ਲੱਗ ਰਿਹਾ ਕਿ ਕਿਹੜੀ ਚੀਜ਼ ਸਹੀ ਹੈ ਔਰ ਕਿਹੜੀ ਚੀਜ਼ ਗਲਤ ਹੈ, ਕਿਉਂਕਿ ਜਿੰਨਾ ਆਪਾਂ ਕਰੀਬ ਆ ਨਾ ਉਹ ਚੀਜ਼ ਸਾਨੂੰ ਦਿਖਣੀ ਨਹੀਂ ਹੈ, ਕਲੀਅਰ ਨਹੀਂ ਹੋਣੀ। ਜਦੋਂ ਆਪਾਂ ਥੋੜਾ ਦੂਰ ਹੋ ਜਾਂਦੇ ਨਿੱਜਰ ਸਾਹਿਬ, ਤੇ ਫਿਰ ਤੇ ਗਿਆਨ ਹੁੰਦਾ ਨਾ। ਬਿਲਕੁਲ ਬਿਲਕੁਲ ਸਹੀ ਗੱਲ ਆ। ਔਰ ਅੱਗੇ ਬੋਲੀਏ। ਇਹਦੇ ਵਿੱਚ ਗੋਰਖੀ ਸਾਹਿਬ ਜਿਹੜੇ ਜਿੰਨਾ ਆਪਾਂ ਨੇ ਲਿਆ ਨਾ, ਇਹ 4 ਲਾਈਨਾਂ ਲਈਆਂ ਆਪਾਂ ਨੇ। ਇਹਦੇ ਵਿੱਚ ਜਿਹੜੇ ਹੈਗੇ 1 2 3 ਲਾਈਨਾਂ ਲਈਆਂ। 3 ਲਾਈਨਾਂ ਦੇ ਵਿੱਚ ਜਿਹੜੇ ਹੈਗੇ ਮਹਾਰਾਜ ਪਹਿਲੀ ਪਾਤਸ਼ਾਹੀ ਆਪਾਂ ਨੂੰ ਦੱਸ ਰਿਹਾ ਬਈ ਤੂੰ ਗੱਡੀ ਜਿਹੜੀ ਹੈਗੀ ਆ ਤੇ ਮੰਜ਼ਿਲ ਤੋਂ ਦੂਰ ਲੈ ਕੇ ਜਾ ਰਿਹਾ ਆ, ਤੇਰੀ ਗੱਡੀ ਮੰਜ਼ਿਲ ਤੋਂ ਦੂਰ ਜਾ ਰਹੀ ਆ। ਆ ਹੈਗੀ ਕਲ ਕਲਵਾਲੀ ਕਾਮ ਮਦ ਮਨੁਆ ਪੀਵਣ ਹਾਰ। ਤੂੰ ਇਹ ਕਾਮ ਦੀ ਜਿਹੜੀ ਮਦ ਪੀ ਰਿਹਾ ਹੈ ਨਾ ਪਿਆਰਿਆ, ਕ੍ਰੋਧ ਦੀ ਕਟੋਰੀ ਤੇ ਮੋਹ ਦੇ ਵਿੱਚ ਭਰ ਕੇ ਪਿਲਾਵਾ ਹੰਕਾਰ ਤੈਨੂੰ ਪੜਾ ਰਿਹਾ ਆ। ਤੇ ਕੂੜੇ ਲਾਲਚ ਦੀ ਜਿਹੜੀ ਹੈਗੀ ਆ ਮਹਿਫਿਲ ਆ, ਤੇਰੀ ਮਜਲਸ ਹੈਗੀ, ਤੇ ਪੀ ਪੀ ਕੇ ਤੂੰ ਖੁਆਰ ਹੋ ਰਿਹਾ ਹੈ। ਆ ਹੈਗੀ ਤੇਰੀ, ਆਪਾਂ ਆਪਣੀ ਮੰਜ਼ਿਲ ਤੋਂ ਦੂਰ ਜਾ ਰਹੇ ਹਾਂ ਔਰ ਮਨੁੱਖੀ ਜੂਨ ਜਿਹੜੀ ਹੈਗੀ ਉਹਨੂੰ ਆਪਾਂ ਕੌਡੀਆਂ ਦੇ ਭਾਅ ਵੇਚ ਰਹੇ ਹਾਂ। ਹੁਣ ਇਸ ਤੋਂ ਅੱਗੇ ਜਿਹੜੇ ਹੈਗੇ ਮਹਾਰਾਜ ਦੱਸ ਰਹੇ ਪਾਏ ਕਿ ਮੰਜ਼ਿਲ ਦੇ ਨੇੜੇ ਕਿਵੇਂ ਜਾਣਾ ਹੈ। ਕਹਿੰਦੇ ਯੂ ਟਰਨ ਲੈਣਾ ਪਊਗਾ। ਕਿਸ ਤਰ੍ਹਾਂ? ਕਰਨੀ ਲਾਹਣ। ਕਹਿੰਦੇ ਤੇਰੀ ਐਕਸ਼ਨ, ਤੇਰੀ ਕਰਨੀ ਜਿਹੜੀ ਹੈਗੀ ਆ ਉਹ ਲਾਹਣ ਹੈਗੀ। ਲਾਹਣ ਹੁੰਦਾ ਜਿਹਦੀ ਸ਼ਰਾਬ ਕੱਢਦੇ ਆ, ਇਹ ਗੁੜ ਵਗੈਰਾ ਸਾਰਾ ਮਿਲਾ ਕੇ ਜਿਹੜੀ ਹੈਗੀ ਆ ਉਹਨੂੰ ਲਾਹਣ ਕਹਿੰਦੇ ਆ। ਕਰਨੀ ਲਾਹਣ। 7 ਗੁੜ ਉਹਦੇ ਵਿੱਚ ਕੀ ਆ? ਕਹਿੰਦੇ ਸੱਚੇ ਆਚਰਣ ਦਾ ਗੁੜ ਪਾ ਲਾਹਣ ਦੇ ਵਿੱਚ। ਸੱਚ ਸ਼ਰਾਬ, ਕਹਿੰਦੇ ਉਹ ਸ਼ਰਾਬ ਜਿਹੜੀ ਸੱਚ ਦੀ ਆ,
ਸੱਚ ਦੀ ਸ਼ਰਾਬ ਪੀ, ਆਤਮਾ ਦੇ ਨੇੜੇ ਰਹਿ, ਸੱਚ ਨੂੰ ਤਾਂ ਆਪਣੇ ਜੀਵਨ 'ਚ ਲੈ ਕੇ ਆ। ਸੱਚ ਸ਼ਰਾ ਕਰ ਸਾਰ, ਆਇਆ ਸਾਰ, ਆਇਆ ਸਾਰ, ਜੀਵਨ ਦਾ ਸਾਰ। ਗੁਣ ਮੰਡੇ, ਕਹਿੰਦੇ ਚੰਗੇ ਗੁਣ ਲੈ, ਇਹ ਪ੍ਰਸ਼ਾਦੇ ਹੈਗੇ ਤੇਰੇ। ਕਰ ਸੀਲ, ਗੁਣ ਮੰਡੇ ਕਰ ਸੀਲ ਘਿਓ, ਕਹਿੰਦੇ ਘਿਓ ਜਿਹੜਾ ਹੈਗਾ ਆਪਣਾ ਸੁਭਾਅ, ਸ਼ੀਲ ਸੁਭਾਅ ਰੱਖ, ਨਿਮਰਤਾ ਵਾਲਾ ਸੁਭਾਅ ਰੱਖ। ਇਹ ਹੋ ਗਿਆ ਘਿਓ। ਸ਼ਰਮ ਮਾਸ ਆਹਾਰ, ਸ਼ਰਮ ਕਹਿੰਦੇ ਆ ਮਿਹਨਤ, ਇਸ ਤੇ ਮਿਹਨਤ ਕਰਨੀ ਰੋਜ਼ ਜਿਹੜਾ ਹੈਗਾ ਬਿਲਾ ਨਾਗਾ ਜਿਹੜਾ ਹੈਗਾ ਇਹ ਧਿਆਨ ਸਿਮਰਨ ਸੱਚ ਦੇ ਨਾਲ ਜੁੜਨਾ। ਕਹਿੰਦੇ ਇਹ ਹੈਗਾ ਮਾਸ ਆਹਾਰ। ਮਾਸ ਨੂੰ ਜਿਹੜਾ ਹੈਗਾ ਉਹ ਜ਼ਿਆਦਾ ਲੋਕੀ ਜਿਹੜੇ ਹੈਗੇ ਸਵਾਦ ਦੇ ਕਾਰਨ ਕਹਿੰਦੇ ਇਹ ਤੇਰਾ ਜਿਹੜਾ ਹੈਗਾ ਮਿਹਨਤ ਜਿਹੜੀ ਹੈਗੀ ਆ ਇਹੀ ਹੈਗੀ ਭਾਈ, ਇਹੀ ਹੈਗਾ ਮਾਸ ਆਹਾਰ। ਗੁਰਮੁਖੇ ਪਾਈਏ ਨਾਨਕਾ, ਖਾਦੇ ਜਾਏ ਬਿਕਾਰ। ਇਹ ਕਿਵੇਂ ਮਿਲਦਾ ਹੈ ਜੀ ਇਹ ਆਹਾਰ, ਇਹ ਸ਼ਰਾਬ ਸੱਚ ਦੀ? ਕਹਿੰਦੇ ਭਾਈ ਇਹ ਮਿਲਦੀ ਹੈ ਗੁਰਮੁਖਾਂ ਕੋਲੋਂ। ਗੁਰਮੁਖੇ ਪਾਈਏ, ਗੁਰਮੁਖਾਂ ਕੋਲੋਂ ਗਿਆਨ ਲੈ ਲਓ ਵੀ ਕਿਸ ਤਰ੍ਹਾਂ ਜਿਹੜੀ ਹੈਗੀ ਇਹ ਸ਼ਰਾਬ ਬਣਾਉਣੀ ਹੈਗੀ ਆ, ਕਿਸ ਤਰ੍ਹਾਂ ਪੀਣੀ ਹੈਗੀ ਆ, ਕਿਸ ਤਰ੍ਹਾਂ ਇਹ ਗੁਣਾਂ ਦੇ ਮੰਡੇ ਲੈਣੇ ਆ, ਕਿਸ ਤਰ੍ਹਾਂ ਜਿਹੜਾ ਹੈਗਾ ਸੀਲ ਸੁਭਾਅ ਦਾ ਘਿਓ ਜਿਹੜਾ ਹੈਗਾ ਇਹ ਖਾਣਾ ਆ, ਕਿਵੇਂ ਜਿਹੜਾ ਹੈਗਾ ਮਾਸ ਜਿਹੜਾ ਹੈ ਸਰਮ ਮਿਹਨਤ ਰੂਪੀ ਮਾਸ ਇਹਦਾ ਆਹਾਰ ਕਰਨਾ ਹੈ। ਗੁਰਮੁਖੇ ਪਾਈਏ ਨਾਨਕਾ, ਖਾਦੇ ਜਾਹੇ ਵਿਕਾਰ। ਕਹਿੰਦੇ ਆ ਮਿਲਦਾ ਹੈ ਗੁਰੂ ਕੋਲੋਂ, ਬ੍ਰਾਹਮਣ ਗਿਆਨੀਆਂ ਕੋਲੋਂ, ਉਹ ਦੱਸਣਗੇ। ਔਰ ਇਸ ਆਹਾਰ ਨੂੰ ਖਾਣ ਦੇ ਨਾਲ ਜਿਹੜਾ ਹੈਗਾ ਤੇਰੇ ਵਿਕਾਰ ਜਿਹੜੇ ਹੈਗੇ ਆ, ਤੇਰੇ ਭੈੜੇ ਅਮਲ ਜਿਹੜੇ ਹੈਗੇ, ਭੈੜੇ ਸੰਸਕਾਰ ਜਿਹੜੇ ਹੈਗੇ ਆ, ਕਾਰਨ ਸਰੀਰ ਜਿਹੜਾ ਹੈਗਾ ਉਹ ਜਿਹੜਾ ਹੈਗਾ ਨਸ਼ਟ ਹੁੰਦਾ ਹੈ। ਹਾਂਜੀ ਵੀਰ ਜੀ। ਹਾਂਜੀ, ਆਵਾਜ਼ ਠੀਕ ਹੈ ਨਾ? ਬਿਲਕੁਲ ਠੀਕ ਹੈ। ਦੇਖੋ ਇੱਥੇ ਉਹ ਕਹਿ ਰਹੇ ਨੇ ਕਿ ਇੱਕ ਤੇ ਤੂੰ ਕੂੜ ਜਿਹੜਾ ਹੈਗਾ ਨਾ ਉਹਦੇ ਪਿੱਛੇ ਨਾ ਆਪਣਾ ਜੀਵਨ ਬਰਬਾਦ ਕਰ, ਕਿਉਂਕਿ ਤੇਰਾ ਜੀਵਨ ਖੁਆਰ ਹੋ ਜਾਣਾ ਹੈ। ਮਤਲਬ ਜਿੱਦਾਂ ਜੂਏ ਜਿੱਦਾਂ ਆਪਾਂ ਹਾਰ ਲੈਂਦੇ ਨਾ ਕੋਈ ਚੀਜ਼, ਤੇ ਉਹ ਹੁੰਦਾ ਤੇ ਸਾਡੇ ਕੋਲ ਬੁੱਝ ਪੈਸਾ ਹੁੰਦਾ ਹੈ, ਤੇ ਜਦੋਂ ਆਪਾਂ ਜੂਆ ਹਾਰ ਜਾਂਦੇ ਆ ਤੇ ਉਹ ਸਾਡੇ ਪੈਸੇ ਉਹ ਚਲੇ ਗਏ, ਉਹਦਾ ਕੋਈ ਮੁੱਲ ਨਹੀਂ, ਮਿੱਟੀ ਹੋ ਗਿਆ ਸਭ ਕੁਛ। ਇਸੇ ਤਰ੍ਹਾਂ ਕਹਿੰਦੇ ਆ ਕਿ ਤੂੰ ਆਪਣੇ ਜੀਵਨ ਨੂੰ ਖੁਆਰ ਨਾ ਕਰ, ਕਿਉਂਕਿ ਜਿਹੜੇ ਭੋਗਾਂ ਦੇ ਤੂੰ ਵਿਸ਼ੇ ਵਿਕਾਰਾਂ ਦੇ ਜਿਹੜਾ ਤੈਨੂੰ ਚੰਗਾ ਲੱਗਦਾ ਭੋਗਣਾ, ਉਹ ਅਸਲ 'ਚ ਤੇਰਾ ਜੀਵਨ ਪੀ ਰਹੇ ਨੇ। ਕਿਉਂਕਿ ਕੋਈ ਵੀ ਚੀਜ਼ ਹੈ ਦੇਖੋ ਭੋਗ ਨੂੰ ਭੋਗਣਾ ਹੈ ਤੇ ਉਹਦੇ ਲਈ ਸ਼ਕਤੀ ਤੇ ਲੱਗਦੀ ਹੈ ਨਾ। ਉਹਨੇ ਆਪਾਂ ਨੂੰ ਭੋਗ ਲਿਆ ਉਹਨੇ। ਹਾਂ, ਉਹਨੇ ਤੁਹਾਨੂੰ ਠੱਗ ਲਿਆ, ਫਿਰ ਤੁਹਾਨੂੰ ਆਪਣੇ ਭੋਗਾਂ ਆਪਣੇ ਵੱਸ ਕਰ ਲੈਂਦਾ। ਭੋਗ ਅਸਲ 'ਚ ਅਸੀਂ ਨਹੀਂ ਭੋਗ ਨੂੰ ਭੋਗ ਰਹੇ, ਭੋਗ ਸਾਨੂੰ ਭੋਗ ਜਾਂਦਾ ਹੈ। ਬਿਲਕੁਲ। ਤੇ ਉਦੋਂ ਤੇ ਆਪਾਂ ਤੇ ਜਸਟ ਇੱਕ ਵਾਹਨ ਬਣ ਜਾਂਦੇ ਆ, ਕੋਈ ਭੂਤ ਸਾਡੇ ਸਿਰ ਤੇ ਸਵਾਰ ਹੋ ਜਾਂਦਾ। ਫਿਰ ਅਗਲੇ ਬੰਨੇ ਕਹਿੰਦੇ ਨੇ ਕਿ ਸੱਚ ਦਾ ਤੂੰ ਗੁੜ ਪਾ ਤੇ ਲਾਲ। ਬਿਲਕੁਲ, ਸੱਚ ਦਾ ਗੁੜ ਪਾ ਤੇ ਸੱਤ ਦਾ ਗੁੜ ਪਾ, ਸੱਚੇ ਆਚਰਣ ਦਾ, ਔਰ ਸੱਚ ਦੀ ਸ਼ਰਾਬ ਬਣਾ। ਤੇ ਇਹ ਸਾਰਿਆ ਹੁਣ ਸੱਚ ਦੀ ਸ਼ਰਾਬ ਤੇ ਤੁਹਾਨੂੰ ਪਤਾ ਹੀ ਹੈ। ਸੱਚ ਦੀ ਸ਼ਰਾਬ ਤੋਂ ਭਾਵ ਆ ਕਿ ਉਹ ਕੰਮ ਕਰੋ ਜਿਹੜੇ ਕੰਮ ਤੁਹਾਨੂੰ ਕਰਨੇ ਚਾਹੀਦੇ ਨੇ। ਜਿਹੜੇ ਕੰਮ ਤੁਹਾਨੂੰ ਆਤਮਾ ਤੋਂ ਦੂਰ ਲੈ ਕੇ ਜਾ ਰਹੇ ਉਹਨਾਂ ਤੋਂ ਪਰਹੇਜ਼ ਕਰੋ। ਜਿੱਦਾਂ ਬੰਦਾ ਬਿਮਾਰ ਹੋ ਜਾਂਦਾ ਤੇ ਉਹ ਪਰਹੇਜ਼ ਕਰਦਾ, ਜਦੋਂ ਉਹ ਠੀਕ ਹੋ ਜਾਂਦਾ ਤੇ ਫਿਰ ਕੋਈ ਲੋੜ ਨਹੀਂ ਟੈਨਸ਼ਨ ਲੈਣ ਦੀ। ਪਰ ਜਿੰਨਾ ਚਿਰ ਤੱਕ ਆਪਾਂ ਠੀਕ ਨਹੀਂ ਹੋ ਜਾਂਦੇ ਉਹਨਾਂ ਚਿਰ ਤੱਕ ਸਾਨੂੰ ਪਰਹੇਜ਼ ਕਰਨਾ ਚਾਹੀਦਾ। ਹਾਂਜੀ ਨਿੱਜਰ ਸਾਹਿਬ। ਤੇ ਗੁਣ ਮੰਡੇ ਕਹਿੰਦੇ ਆ ਪ੍ਰਸ਼ਾਦੇ, ਰੋਟੀਆਂ ਕਹਿੰਦੇ ਗੁਣਾਂ ਦੀਆਂ। ਚੰਗੇ ਗੁਣ ਲੈ ਲਾ, ਇਹ ਰੋਟੀਆਂ ਹੋ ਗਈਆਂ। ਸੀਲ ਸੁਭਾਅ ਜਿਹੜਾ ਹੈਗਾ ਉਹ ਬਣ ਗਿਆ ਘਿਓ। ਤੇ ਸਰਮ ਮਾਸ ਆਹਾਰ, ਤੇਰੀ ਮਿਹਨਤ ਜਿਹੜੀ ਹੈਗੀ, ਧਿਆਨ ਸਿਮਰਨ ਕਰਦਾ ਹੈ, ਰੋਜ਼ ਬੈਠਦਾ ਹੈ, ਇਹ ਤੇਰਾ ਜਿਹੜਾ ਹੈਗਾ ਮਾਸ ਆਹਾਰ, ਜਿਹਨੂੰ ਲੋਕੀ ਜਿਹੜੇ ਹੈ ਟੁੱਟ ਕੇ ਪੈਂਦੇ ਆ, ਕਹਿੰਦੇ ਉਹ ਤੇਰਾ ਆਹਾਰ। ਆ ਮਾਸ ਐਸ ਮਾਸ ਦਾ ਆਹਾਰ ਕਰ, ਮਿਹਨਤ ਰੂਪੀ ਮਾਸ ਦਾ। ਗੁਰਮੁਖੇ ਪਾਈਏ ਨਾਨਕਾ, ਕਹਿੰਦੇ ਮਿਲਦੀ ਕਿੱਥੋਂ ਹੈ ਖੁਰਾਕ, ਇਹ ਸ਼ਰਾਬ? ਕਹਿੰਦੇ ਮਿਲਦੀ ਆ ਬ੍ਰਹਮ ਗਿਆਨੀਆਂ ਕੋਲੋਂ, ਗੁਰਮੁਖਾਂ ਕੋਲੋਂ।
ਗੁਰੂਆਂ ਕੋਲੋਂ, ਜਿਨ੍ਹਾਂ ਨੇ ਬਣਾਈ ਆ, ਜਿਨ੍ਹਾਂ ਨੇ ਇਹ ਭੋਜਨ ਖਾਧਾ ਆ, ਉਹਨਾਂ ਤੋਂ ਪਤਾ ਲੱਗਦਾ ਹੈ ਭਾਈ। ਇਸ ਤਰੀਕੇ ਦੇ ਨਾਲ ਮਿਲਦੀ ਹੈ ਭਾਈ, ਅਤੇ ਇਹਦੇ ਖਾਣ ਦੇ ਨਾਲ ਵਿਕਾਰ ਚਲੇ ਜਾਂਦੇ ਆ, ਇਨਸਾਨ ਜਿਹੜਾ ਹੈਗਾ ਅਵਗੁਣ ਛੱਡ ਦਿੰਦਾ ਹੈ। ਹਾਂਜੀ ਵੀਰ ਜੀ। ਹਾਂਜੀ, ਉਹ ਕਹਿ ਰਹੇ ਨੇ ਕਿ ਗੁਣ ਦੇ ਮੰਡੇ ਬਣਾ, ਠੀਕ ਹੈ, ਫਿਰ ਕਰ ਸੀਲ ਘਿਓ ਤੇ ਹਾਂ ਘਿਓ ਮਤਲਬ ਸੀਲ ਦਾ ਮਤਲਬ ਨਿਮਰਤਾ। ਬਿਲਕੁਲ ਨਿਮਰਤਾ, ਨਿਮਰਤਾ ਆ ਗਈ ਤੇ ਘਿਓ ਆ ਗਿਆ। ਹਾਂ, ਕਹਿੰਦੇ ਏਦਾਂ ਦਾ ਆਹਾਰ ਬਣਾ ਤੇ ਉਹਨੂੰ ਖਾ। ਹਾਂ, ਨਿਮਰਤਾ ਵੀ ਲਿਆ, ਉਸ ਤੋਂ ਬਾਅਦ ਗੁਣ ਲਿਆ ਜੀਵਨ ਚ। ਇੱਕ ਵੀ ਸ਼ਰਮ ਤੇਰੇ ਜੀਵਨ ਚ ਚਾਹੀਦੀ ਹੈ। ਉਹ ਕਹਿੰਦੇ ਨਾ ਕਿ ਇੰਨੇ ਬੰਦੇ ਨੇ ਸ਼ਰਮ ਹੀ ਲਾ ਲਈ ਹੈ। ਨਹੀਂ ਗੋਰਖੀ ਸਾਹਿਬ, ਸ਼ਰਮ ਦਾ ਮਤਲਬ ਮਿਹਨਤ। ਅੱਛਾ, ਉਹ ਸ਼ਰਮ ਹੈ। ਸ਼ਰਮ, ਅੱਛਾ, ਮੈਂ ਸੋਚਿਆ ਸ਼ਰਮ ਹੀ ਥੋੜੀ ਚਾਹੀਦੀ ਬੰਦੇ। ਨਹੀਂ, ਠੀਕ ਹੈ ਜੀ। ਸ਼ਰਮ ਮੰਤਰੀ ਹੁੰਦਾ ਨਾ, ਸ਼ਰਮ ਮੰਤਰੀ ਜਿਹੜਾ ਹੈਗਾ, ਇਹ ਡਿਪਾਰਟਮੈਂਟ ਹੁੰਦਾ ਹੈ ਇੱਕ, ਸ਼ਰਮ ਮੰਤਰੀ ਕਹਿ ਦਿੰਦੇ ਉਹਨੂੰ। ਹਾਂ, ਅੱਛਾ। ਤੇ ਸ਼ਰਮ ਮਾਸ ਆਹਾਰ। ਹਾਂ, ਤੇ ਜਿਹੜਾ ਸ਼ਰਮ ਹੈ ਮਿਹਨਤ ਨੂੰ ਆਪਣਾ ਕੀ ਬਣਾ, ਆਪਣਾ ਜੀਵਨ ਦਾ ਆਹਾਰ ਬਣਾ। ਬਿਲਕੁਲ। ਹੁਣ ਆਹਾਰ ਦਾ ਮਤਲਬ ਹੈ ਕਿ ਜਿੱਦਾਂ ਦਾ ਆਪਾਂ ਜੀਵਨ ਬਤੀਤ ਕਰ ਰਹੇ ਹਾਂ, ਨੈਚੁਰਲੀ ਸਾਡਾ ਜੀਵਨ ਉਸੇ ਤਰ੍ਹਾਂ ਦਾ ਹੀ ਬਣ ਜਾਣਾ। ਬਿਲਕੁਲ। ਔਰ ਗੋਰਖੀ ਸਾਹਿਬ ਦੇਖੋ, ਇਹਦੇ ਵਿੱਚ ਸ਼ਰਮ ਦੇ ਮਾਮੇ ਨੂੰ ਵੀ ਔਂਕੜਿਆ, ਮਾਸ ਦੇ ਸੱਸੇ ਨੂੰ ਔਂਕੜਿਆ। ਕਹਿੰਦੇ ਮੈਂ ਮਾਸ ਜਿਹੜਾ ਹੈਗਾ, ਇਹ ਮਾਸ ਜਿਹੜਾ ਹੈਗਾ ਕਿਸੇ ਜਾਨਵਰ ਦਾ ਮਾਸ ਦੀ ਗੱਲ ਨਹੀਂ ਕਰ ਰਿਹਾ ਮੈਂ ਇਹ ਮਾਸ ਜਿਹੜਾ ਹੈਗਾ ਮਿਹਨਤ ਨੂੰ ਕਹਿ ਰਿਹਾ ਹਾਂ। ਹਾਂਜੀ ਵੀਰ ਜੀ। ਠੀਕ ਹੈ। ਤੇ ਫਿਰ ਕਹਿੰਦੇ ਗੁਰਮੁਖ ਪਾਈਏ ਨਾਨਕਾ, ਖਾਦੇ ਜਾਏ ਬਿਕਾ। ਤੇ ਫਿਰ ਕੀ ਹੁੰਦਾ ਹੈ ਕਿ ਜਦੋਂ ਆਪਾਂ ਨੂੰ ਸੰਗਤ ਮਿਲ ਜਾਂਦੀ ਹੈ ਤੇ ਫਿਰ ਉਹ ਸੰਗਤ ਦੇ ਵਿੱਚ ਬਹਿਨੇ ਆਪਾਂ, ਤੇ ਉੱਥੇ ਫਿਰ ਸਾਨੂੰ ਦੱਸਦੇ ਕਿ ਇਹ ਜਿਹੜਾ ਖਾਣਾ ਤੁਸੀਂ ਖਾਣਾ ਹੈ, ਤੁਸੀਂ ਚੰਗੇ ਗੁਣ ਧਾਰਨ ਕਰਨੇ ਨੇ। ਫਿਰ ਕੀ ਹੋਊਗਾ, ਆਟੋਮੈਟਿਕਲੀ ਜਿਹੜਾ ਤੁਹਾਡੇ ਅੰਦਰ ਸੱਚ ਆ, ਉਹਨੇ ਨਜਸਾ ਪ੍ਰਗਟ ਹੋ ਜਾਣਾ ਹੈ। ਬਿਲਕੁਲ ਪ੍ਰਗਟ ਹੋਣਾ ਹੈ ਨਾ, ਔਰ ਵਿਕਾਰ ਚਲੇ ਜਾਣੇ ਆ। ਬਿਲਕੁਲ ਸਹੀ ਗੱਲ ਹੈ। ਹਾਂ, ਕਿਉਂਕਿ ਕਬੀਰ ਸਾਹਿਬ ਤੇ ਕਹਿ ਰਹੇ ਆ ਕਿ ਮੈਂ ਦੋਨੋਂ ਹੀ ਆਪਸ਼ਨ ਆਉਂਦੇ ਨੇ, ਚੰਗੇ ਦਾ ਤੇ ਮਾੜੇ ਦਾ। ਮੈਂ ਮਾੜੇ ਦਾ ਤਿਆਗ ਕਰ ਦਿੰਦਾ ਵਾ ਤੇ ਚੰਗੇ ਦੇ ਨਾਲ ਦੋਸਤੀ ਪਾ ਲੈਂਦਾ। ਤੇ ਫਿਰ ਕਬੀਰ ਸਾਹਿਬ ਕਹਿੰਦੇ ਇੱਕ ਔਗੜ ਘਾਟੀ ਰਾਮ ਕੀਤੇ ਚੜ ਰਹੇ ਹੋ ਕਬੀਰ। ਪਰ ਜਦੋਂ ਮੈਂ ਉੱਪਰ ਚੜ੍ਹਨਾ ਸ਼ੁਰੂ ਕਰਤਾ, ਮੈਨੂੰ ਜ਼ਿੰਦਗੀ ਦਾ ਜਿਹੜਾ ਅਸਲੀ ਆਨੰਦ ਆ, ਉਹਦੀ ਪ੍ਰਾਪਤੀ ਹੋ ਗਈ। ਦੇਖੋ, ਪਤਾ ਕੀ ਹੁੰਦਾ ਕਿ ਤੁਸੀਂ ਕੋਈ ਵੀ ਭੋਗ ਨੂੰ ਭੋਗ ਕੇ ਵੇਖ ਲਓ, ਉਹਦਾ ਜਿਹੜਾ ਸੁੱਖ ਹੁੰਦਾ ਨਾ, ਲੌਂਗ ਟਾਈਮ ਨਹੀਂ ਹੁੰਦਾ। ਕੋਈ ਵੀ ਭੋਗ ਹੋਵੇ, ਤੁਸੀਂ ਪੈਸੇ ਦੀ ਗੱਲ ਕਰਦੇ ਜੋ, ਹੁਣ ਤੁਹਾਡੇ ਕੋਲ ਨਹੀਂ ਹੈਗਾ, ਇੱਕ ਸਮਾਂ ਤੁਹਾਡੇ ਕੋਲ ਪੈਸਾ ਆ ਜਾਏਗਾ, ਫਿਰ ਤੁਹਾਡੀ ਨਾ ਚੇਤਨਾ ਹੋਰ ਤਰ੍ਹਾਂ ਤੁਰ ਪੈਗੀ। ਪਰ ਅਸਲ ਦੇ ਵਿੱਚ ਜਿਹੜੀ ਨਾ ਉਹ ਚੀਜ਼ ਮਿਲਣੀ ਚਾਹੀਦੀ ਆ ਜਿਹਨੂੰ ਮਿਲਣ ਤੋਂ ਬਾਅਦ ਸਾਰੀ ਪਿਆਸ ਬੁੱਝ ਜੇ। ਇਹ ਜਿਹੜੀ ਪਿਆਸ ਉਦੋਂ ਹੀ ਬੁਝਣੀ ਆ, ਇਹ ਤ੍ਰਿਸ਼ਨਾ ਦੀ ਜਿਹੜੀ ਅੱਗ ਆ, ਉਦੋਂ ਸ਼ਾਂਤ ਹੋਵੇਗੀ ਜਦੋਂ ਤੁਹਾਡੇ ਜੀਵਨ 'ਚ ਤੁਸੀਂ ਆਤਮਾ ਤੱਤ ਨੂੰ ਪ੍ਰਗਟ ਕਰ ਲਿਆ ਚੇਤਨਾ ਦੇ ਰੂਪ 'ਚ। ਫਿਰ ਆਟੋਮੈਟਿਕਲੀ ਨਿੱਜਾ ਸਾਹਿਬ ਸਭ ਕੁਝ ਸ਼ਾਂਤ ਹੋ ਜਾਂਦਾ ਹੈ। ਹਾਂਜੀ, ਅੱਗੇ ਬੋਲੀਏ। ਅੱਗੇ ਅਗਲਾ ਸ਼ਲੋਕ ਆ ਗਿਆ, ਮਰਦਾਨਾ ਪਹਿਲਾ। ਕਾਇਆ ਲਾਹਣ। ਕਾਇਆ ਕਹਿੰਦੇ ਸਰੀਰ ਤੇਰਾ ਜਿਹੜਾ ਹੈਗਾ, ਇਹ ਸਰੀਰ ਜਿਹੜਾ ਹੈਗਾ, ਉਹ ਕਹਿੰਦੇ ਤੇਰੇ ਸਰੀਰ ਦੇ ਅੰਦਰ ਹੀ ਇਹ ਜਿਹੜੀ ਹੈਗੀ ਆ, ਉਹ ਸੱਚ ਦੀ ਸ਼ਰਾਬ ਬਣਨੀ ਆ ਭਾਈ। ਤੂੰ ਜਿਹੜਾ ਹੈਗਾ ਝੂਠ ਦੀ ਸ਼ਰਾਬ ਬਣਾ ਰਿਹਾ ਹੈ। ਕਾਇਆ ਲਾਹਣ ਆਪ ਮਦ। ਆਪ ਕਹਿੰਦੇ ਆ ਤੇਰੀ ਜਿਹੜੀ ਹਉਮੈ ਹੰਕਾਰ ਹੈਗਾ, ਉਹਦੀ ਸ਼ਰਾਬ ਤੂੰ ਪੀ ਜਾ ਰਿਹਾ ਹੈ ਇਸ ਮਨੁੱਖੀ ਸਰੀਰ, ਇੰਨੇ ਕੀਮਤੀ ਸਰੀਰ ਦੇ ਵਿੱਚ। ਤੇ ਮਜਲਸ ਤ੍ਰਿਸ਼ਨਾ ਧਾਤ, ਤੇਰੀ ਮੈਟਰ ਜਿਹੜਾ ਹੈਗਾ, ਪਦਾਰਥ ਜਿਹੜੇ ਹੈਗੇ, ਭੋਗ ਵਿਲਾਸ ਜੋ ਚੋਗਾ ਪਾਇਆ ਹੋਇਆ, ਇਹਦੀ ਤ੍ਰਿਸ਼ਨਾ ਜਿਹੜੀ ਹੈਗੀ, ਉਹ ਤੇਰੀ ਮਜਲਸ ਆ। ਵੀ ਆਹ ਸਵਾਦ ਲੈ ਲਈ, ਆਹ ਭੋਗ ਲਈਏ, ਇੱਥੇ ਚਲੇ ਜਾਈਏ, ਆਹ ਦੇਖ ਲਈ, ਆਹ ਪੀ ਲਈਏ, ਆਹ ਤੇਰੀ ਮਜਲਸ ਹੈਗੀ ਆ। ਮਨਸਾ ਕਟੋਰੀ ਕੂੜ ਭਰੀ, ਔਰ ਝੂਠ ਦੇ ਨਾਲ ਭਰੀ ਹੋਈ ਤੇਰੀ ਜਿਹੜੀ ਆ ਵਾਸਨਾਵਾਂ ਦੀ ਕਟੋਰੀ ਹੈਗੀ ਆ। ਮਨਸਾ ਕਹਿੰਦੇ ਆ ਮਨ ਦੀਆਂ ਇੱਛਾਵਾਂ। ਮਨ ਦੀਆਂ ਇੱਛਾਵਾਂ ਕੀ ਹੁੰਦੀਆਂ? ਪਦਾਰਥ, ਵਾਸਨਾ। ਪਿਲਾਏ ਜਮਕਾਲ, ਕਹਿੰਦੇ ਜਮਕਾਲ ਜਿਹੜਾ ਹੈਗਾ ਉਹ ਪਿਲਾ ਰਿਹਾ ਹੈ ਭਾਈ। ਆਪੋਜ਼ਿਟ ਟੀਮ, ਆਹੀ ਤਾਂ ਗੇਮ ਰੱਖੀ ਹੋਈ ਹੈ ਮਾਲਕ ਨੇ। ਉਧਰੋਂ ਜਮਕਾਲ ਨੂੰ ਕਿਹਾ ਕਿ ਇਹਨੂੰ ਪਿਲਾਓ ਵਾਸਨਾਵਾਂ ਦੀ ਸ਼ਰਾਬ, ਔਰ ਇੱਧਰੋਂ ਜਿਹੜਾ ਬ੍ਰਹਮ ਗਿਆਨੀ ਨੂੰ ਕਿਹਾ ਵੀ ਇਹਨਾਂ ਨੂੰ ਗਿਆਨ ਦੇ ਕੇ ਤੇ ਜਿਹੜਾ ਹੈਗਾ ਇਹਨਾਂ ਨੂੰ ਕੱਢੋ ਇਸ ਤੋਂ। ਆਹੀ ਗੇਮ ਚੱਲ ਰਹੀ ਹੈ ਦੋਨੋਂ ਪਾਸੇ। ਮਾਲਕ ਦੋਨੋਂ ਪਾਸੇ ਹੈਗਾ ਭਾਈ, ਉੱਧਰ ਵੀ ਇੱਧਰ ਵੀ, ਦੋਨੋਂ ਪਾਸੇ ਮਾਲਕ ਜਿਹੜਾ ਹੈਗਾ ਪਾਵਰ ਦੇ ਰਿਹਾ ਦੋਨਾਂ ਨੂੰ, ਔਰ ਦੇਖ ਰਿਹਾ ਆ ਵੀ ਕਿਵੇਂ ਕਿਹੜਾ ਜਿੱਤਦਾ ਤੇ ਕਿਹੜਾ ਹਾਰਦਾ ਹੈ। ਮਨਸਾ ਕਟੋਰੀ ਕੂੜ ਭਰੀ ਪਿਲਾਏ ਜਮਕਾਲ।
ਇਤ ਮਦ ਪੀਤੇ ਨਾਨਕਾ ਬਹੁਤੇ ਖਟੀਏ ਵਿਕਾਰ। ਕਹਿੰਦੇ ਆਹ ਸ਼ਰਾਬ ਜਿਹੜਾ ਪੀਂਦਾ ਆ ਇਹ ਆਪ ਦੀ ਮਦ, ਹੰਕਾਰ ਦੀ ਮਦ। ਕਹਿੰਦੇ ਇਸ ਮਦ ਦੇ ਪੀਣ ਦੇ ਨਾਲ, ਹੰਕਾਰ ਦੀ, ਹਉਮੈ ਦੀ ਮਦ ਪੀਣ ਦੇ ਨਾਲ ਬਹੁਤ ਫਿਰ ਵਿਕਾਰ ਖੱਟਦਾ ਹੈ ਇਨਸਾਨ, ਬਹੁਤ ਵਿਕਾਰ ਕਰਦਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਇੱਥੇ ਦੇਖੋ ਉਹ ਕਹਿ ਰਹੇ ਨੇ ਕਿ ਜਿਹੜੀ ਤ੍ਰਿਸ਼ਨਾ ਹੈ, ਹਾਂ, ਹੁਣ ਤ੍ਰਿਸ਼ਨਾ ਜਿਹੜੀ ਹੈ ਤੁਹਾਨੂੰ ਪਤਾ ਤ੍ਰਿਸ਼ਨਾ ਕਿੱਡਾ ਪਾਵਰਫੁਲ ਔਗਣ ਹੈ। ਇੱਛਾਵਾਂ ਸ਼ਕਤੀਆਂ ਜਿਹੜੀਆਂ ਹੁੰਦੀਆਂ ਨੇ, ਇੱਛਾ ਕਰਨੀ, ਇੱਛਾ ਤੇ ਸਾਨੂੰ ਖਿੱਚੀ ਫਿਰਦੀ ਹੈ। ਬਿਲਕੁਲ। ਤੁਸੀਂ ਇਹਨੂੰ ਮਿਰਗ ਤ੍ਰਿਸ਼ਨਾ ਕਹਿੰਦੇ ਨੇ। ਵੈਸੇ ਤ੍ਰਿਸ਼ਨਾ ਦਾ ਮਤਲਬ ਮਿਰਗ ਤ੍ਰਿਸ਼ਨਾ। ਉਹ ਰੇਤਾ ਦਿਖਦੀ ਹੈ ਪਾਣੀ ਵਾਂਗੂ, ਉੱਥੇ ਜਾਈਦਾ, ਉਹ ਫਿਰ ਰੇਤਾ ਤੇ ਹੁੰਦੀ ਨਹੀਂ, ਉਹ ਰੇਤਾ ਫਿਰ ਗਾਂ ਤੁਰ ਜਾਂਦੀ, ਫਿਰ ਉੱਥੇ ਜਾਈਦਾ ਤੇ ਉਹ ਵੀ ਰੇਤਾ ਨਹੀਂ। ਇਸੇ ਤਰ੍ਹਾਂ ਮਿਰਗ ਜਿਹੜਾ ਭੱਜ ਭੱਜ ਕੇ ਰੇਗਿਸਤਾਨ 'ਚ ਆਪਣੇ ਜੀਵਨ ਨੂੰ ਨਸ਼ਟ ਕਰ ਲੈਂਦਾ ਹੈ। ਇਹ ਜਿਹੜਾ ਸੰਸਾਰ ਹੈ ਇਹਦੇ ਅੰਦਰ ਤ੍ਰਿਸ਼ਨਾ ਦੀ ਇਸੇ ਤਰ੍ਹਾਂ ਜਿਹੜੀ ਆ ਉਹ ਝਲਕ ਸਾਨੂੰ ਨਜ਼ਰ ਆਉਂਦੀ ਆ। ਉਹ ਪਾਣੀ ਨਜ਼ਰ ਆਉਂਦਾ ਹੈ ਤੇ ਅਸੀਂ ਜਦੋਂ ਉੱਥੇ ਜਾਂਦੇ ਹਾਂ ਨਿਜਰ ਸਾਹਿਬ, ਉੱਥੇ ਕੁਝ ਪ੍ਰਾਪਤ ਨਹੀਂ ਹੁੰਦਾ। ਬਿਲਕੁਲ ਉਸੇ ਤਰੀਕੇ ਦੇ ਨਾਲ ਆਪਾਂ ਵੀ ਤਾਂ ਦੇਖ ਲਓ ਨਾ, ਕਿੰਨਾ ਕੁ ਆਪਾਂ ਆਪਣੀ ਪਿਆਸ ਤਾਂ ਬੁਝਦੀ ਨਹੀਂ ਹੈ ਕਿਸੇ ਵੀ, ਨਾ ਕੰਮ ਦੀ, ਨਾ ਕਿਸੇ ਹੋਰ ਸਵਾਦ ਦੀ, ਨਾ ਭੋਗ ਦੀ। ਵਾਪਸ ਉੱਥੇ ਗੱਡੀ ਉੱਥੇ ਦੀ ਉੱਥੇ ਰਹਿੰਦੀ ਹੈ, ਹੋਰ ਜ਼ਿਆਦਾ ਪਿਆਸ ਹੋਰ ਵੱਧ ਜਾਂਦੀ ਹੈ। ਆਪਾਂ ਮਰ ਜਾਂਦੇ ਆਖਰੀ ਆਪਾਂ ਵੀ ਮਰ ਜਾਂਦੇ, ਆਖਰ ਤੇ ਜੀਵਨ ਖਤਮ ਹੋ ਜਾਂਦਾ ਵਾ। ਬਿਲਕੁਲ ਆਖਰ 'ਚ ਆਪਣਾ ਜੀਵਨ ਖਤਮ ਹੋ ਜਾਂਦਾ। ਆਪਾਂ ਉਹਨੂੰ ਮਿਰਗ ਨੂੰ ਤੇ ਕਹੀ ਉਹ ਮੂਰਖ ਹੈ, ਉਹਨੂੰ ਪਤਾ ਨਹੀਂ ਹੈ, ਤੇ ਅਸੀਂ ਕਹੇ ਕਿੰਨੇ ਕੁ ਚਤਰ ਹੈ। ਦੇਖ ਲਓ, ਅਸੀਂ ਵੀ ਉਹਦੇ ਭਰਾ। ਠੀਕ ਹੈ ਜੀ। ਫਿਰ ਹੁਣ ਅਗਲੇ ਬੰਨੇ ਕਹਿ ਰਹੇ ਨੇ ਮਨਸਾ, ਹਾਂ ਕਹਿੰਦੇ ਮਨਸਾ ਕਟੋਰੀ ਕੂੜ ਭਰੀ। ਕਹਿੰਦੇ ਇੱਛਾਵਾਂ ਦੀ ਜਿਹੜੀ ਹੈ, ਵਾਸਨਾਵਾਂ ਦੀ ਕਟੋਰੀ ਆ, ਇਹ ਝੂਠ ਦੇ ਨਾਲ ਭਰੀ ਪਈ ਹੈ ਭਾਈ। ਇਹ ਸਾਰੀਆਂ ਝੂਠੀਆਂ ਹੈ ਵਾਸਨਾਵਾਂ, ਕਿਸੇ ਨਾਲ ਕੋਈ ਰੱਜ ਤਾਂ ਆਉਂਦਾ ਨਹੀਂ ਹੈ। ਪਿਲਾਏ ਜਮਕਾਲ, ਕਹਿੰਦੇ ਆਪੋਜ਼ਿਟ ਟੀਮ ਹੈ, ਜਮਕਾਲ ਹੈਗਾ ਉਹ ਪਿਲਾਉਂਦਾ ਹੈ ਤੇ ਫਿਰ ਜਿਹੜਾ ਹੈਗਾ ਉਹ ਲੈ ਜਾਂਦਾ ਆਪਣੇ ਉਹਦੇ ਜਿਹੜੀ ਹੈਗੀ ਆ, ਉਹਦਾ ਜਿਹੜਾ ਹੈਗਾ ਉਹਦੀ ਜਮਕਾਲ ਦੀ ਜਿਹੜੀ ਕਚਹਿਰੀ ਹੈਗੀ ਉੱਥੇ ਲਿਜਾ ਕੇ ਤੇ ਪਾ ਦਿੰਦਾ ਜੀ ਉਹਨਾਂ ਦੇ ਵਿੱਚ, ਆਪਣੀ ਪ੍ਰਜਾ ਬਣਾ ਲੈਂਦਾ। ਹਾਂਜੀ ਵੀਰ ਜੀ। ਹਾਂਜੀ, ਉਹ ਫਿਰ ਉਹ ਪਿਆ ਕੇ ਆਪਣੇ ਨਾਲ ਰਲਾ ਲੈਂਦਾ। ਹਾਂ, ਕਿਉਂਕਿ ਮਾਇਆ ਥੋੜੀ ਚਾਹੁੰਦੀ ਹੈ ਕਿ ਤੁਸੀਂ ਉਹਦੀ ਪਕੜ ਚੋਂ ਨਿਕਲ ਜਾਓ। ਬਿਲਕੁਲ। ਇੱਕ ਸਮਾਂ ਆਊਗਾ ਨਿਜਰ ਸਾਹਿਬ, ਫਿਰ ਮਾਇਆ ਨੇ ਤੁਹਾਡੀ ਮਦਦ ਕਰਨੀ। ਕਿਉਂਕਿ ਔਗਣ ਉੱਪਰ ਨੇ। ਜਦੋਂ ਤੁਸੀਂ ਆਤਮਾ ਤੱਤ 'ਚ ਆਪਣਾ ਧਿਆਨ ਇਕਾਗਰ ਕਰ ਲਿਆ ਨਾ, ਤੇ ਉਹ ਜਿਹੜੇ ਉੱਪਰਲਾ ਜਿਹੜਾ ਪਤਾ ਲੱਗ ਜਾਣਾ, ਤੁਹਾਨੂੰ ਗਿਆਨ ਹੋ ਜਾਣਾ ਕਿ ਇਹ ਵਿਚਾਰ ਵਿਚੂਰੇ ਜਿਹੜੇ ਉੱਪਰ ਮੇਰੇ ਚਿੱਤ ਦੇ ਵਿੱਚ ਹੈਗੇ ਨੇ, ਅੰਦਰ ਨਹੀਂ ਹੈਗੇ। ਔਰ ਜਦੋਂ ਬਾਰ-ਬਾਰ ਤੁਸੀਂ ਉੱਥੇ ਗਏ ਤੇ ਆਟੋਮੈਟਿਕਲੀ ਤੁਹਾਨੂੰ ਗਿਆਨ ਹੋ ਜਾਣਾ ਤੇ ਨਕਲੀ ਆ ਉਹ ਛੁੱਟ ਜਾਏਗਾ ਤੇ ਅਸਲੀ ਤੁਹਾਡੇ ਹੱਥ 'ਚ ਆਪਣੇ ਆਪ ਆ ਜਾਏਗਾ। ਹਾਂਜੀ ਨਿਜਰ ਸਾਹਿਬ ਅੱਗੇ ਬੋਲੀਏ। ਦੇਖ ਲਓ ਗੁਰਕੀ ਸਾਹਿਬ, ਜਿਹੜਾ ਤਲਾਤਲੂ ਹੁੰਦਾ ਹੈ ਉਹ ਕਾਈ ਕੁਈ ਜਿਹੜੀ ਹੈਗੀ ਸਾਰੀ ਉੱਪਰ ਹੀ ਉੱਪਰ ਤਾਂ ਹੁੰਦੀ ਹੈ। ਕਾਈ ਨੂੰ ਪਾਸੇ ਕਰ ਲਓ, ਲੋਕੀ ਪਾਸੇ ਕਰਕੇ ਤੇ ਪਾਣੀ ਪੀ ਲੈਂਦੇ। ਹਾਂ, ਕਿਉਂਕਿ ਉੱਪਰ ਹੈ ਉਹ ਕੇਵਲ ਭਰਮ ਹੈ। ਪਾਣੀ 'ਚ ਵੀ ਕਿਹਾ ਮਿਟੇ ਨਾ ਭਰਮ ਕੀ ਕਾਈ। ਬਿਲਕੁਲ ਸਹੀ ਹੈ। ਭਰਮ ਦਾ ਮਤਲਬ ਕਿ ਯਥਾਰਥ ਸੱਚ ਨਹੀਂ ਆ, ਜਿਹੜੀ ਚੀਜ਼ ਨੂੰ ਅਸੀਂ ਮੰਨ ਲਿਆ ਉਹ ਅਸਲ 'ਚ ਹੈ ਹੀ ਨਹੀਂ। ਹਾਂਜੀ ਹਾਂ, ਅੱਗੇ ਕਹਿ ਰਹੇ ਕਿ ਭਾਈ 2 ਲਾਈਨਾਂ ਦੇ ਵਿੱਚ ਦੱਸ ਰਹੇ ਸਾਰ। ਕਹਿੰਦੇ ਗਿਆਨ ਗੁੜ ਸਲਾਹ ਮੰਡੇ। ਹੁਣ ਕਹਿੰਦੇ ਆ ਜਿਹੜਾ ਗਿਆਨ ਹੈਗਾ, ਬ੍ਰਹਮ ਗਿਆਨ, ਇਹ ਗੁੜ ਹੈ ਤੇ ਸਲਾਹ ਜਿਹੜੇ ਹੈਗੇ ਪ੍ਰਸ਼ਾਦੇ ਹੈਗੇ, ਰੋਟੀਆਂ ਹੈਗੀਆਂ, ਮੰਡੇ ਹੈਗੇ। ਭਾਉ ਮਾਸ ਆਹਾਰ ਤੇ ਮਾਲਕ ਪਰਮਾਤਮਾ ਦਾ ਪੈ, ਇਹ ਜਿਹੜਾ ਹੈਗਾ ਮਾਸ ਆਹਾਰ ਹੈਗਾ। ਇਹ ਨਾਨਕ ਇਹ ਭੋਜਨ ਸੱਚ ਹੈ, ਸੱਚ ਨਾਮ ਆਧਾਰ। ਕਹਿੰਦੇ ਆਇਆ ਭੋਜਨ ਇਹ ਸੱਚ ਦਾ ਭੋਜਨ ਆ ਭਾਈ। ਗਿਆਨ ਹੋਏ, ਸਲਾਹ ਸਿਫਤ ਸਲਾਹ ਮਾਲਕ ਦੀ, ਪ੍ਰਸ਼ਾਦੇ, ਆ ਭੋਜਨ ਖਾ। ਇਹ ਹੈ ਸੱਚ ਨਾਮ ਆਧਾਰ, ਪਰਮੇਸ਼ਰ ਦੇ ਨਾਮ ਦਾ ਆਸਰਾ, ਆਧਾਰ, ਬੇਸ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਪਹਿਲਾਂ ਤਾਂ ਕਹਿੰਦੇ ਗਿਆਨ ਗੁੜ ਸਲਾਹ ਮੰਡੇ ਭਾਉ ਮਾਸ ਆਹਾਰ, ਨਾਨਕ ਇਹ ਭੋਜਨ ਸੱਚ ਹੈ, ਸੱਚ ਨਾਮ ਆਧਾਰ। ਬਿਲਕੁਲ। ਕਹਿੰਦੇ ਕਿ ਸਭ ਤੋਂ ਪਹਿਲਾਂ ਹੋਵੇ ਕਿ ਗਿਆਨ ਦਾ ਗੁੜ ਹੋਵੇ। ਗਿਆਨ ਦਾ ਗੁੜਿਆ ਵੈਸੇ ਹੀ ਖਾ ਲਾ, ਕਹਿੰਦੇ ਗਿਆਨ ਦੇ ਗੁੜ ਨੂੰ ਸਲਾਹ ਦੇ ਮੰਡਿਆਂ ਦੇ ਨਾਲ। ਹਾਂ, ਤੇ
ਗਿਆਨ ਤੋਂ ਬਿਨਾਂ ਗੱਲ ਨਹੀਂ ਪਈ ਬਣੇਗੀ। ਹਾਂ ਕਿਉਂਕਿ ਗਿਆਨ ਜਿਹੜਾ ਹੈ ਨਾ, ਦੇਖੋ ਗਿਆਨ ਤੇ ਤੁਹਾਡੇ ਮਾਰਗ ਦਰਸ਼ਨ ਕਰਨ ਵਾਲਾ ਇੱਕ ਦੀਪਕ ਹੈ। ਜੇਕਰ ਆਪਣਾ ਦੀਪਕ ਬੁਝਿਆ ਫਿਰ ਐਸੀ ਸੰਗਤ ਕਰੋ ਹੌਲੀ ਹੌਲੀ ਕਰਕੇ, ਕੀ ਹੋਵੇਗਾ ਤੁਹਾਡਾ ਜਿਹੜਾ ਚੇਤਨਾ ਦਾ ਦੀਪਕ, ਜਿਹੜਾ ਗਿਆਨ ਦਾ ਦੀਪਕ ਬੁਝ ਚੁੱਕਿਆ ਹੈ, ਉਹ ਦੁਬਾਰਾ ਪ੍ਰਜਵਲਿਤ ਹੋ ਜਾਏਗਾ, ਨਿਜ ਸਾਹਿਬ ਦੁਬਾਰਾ ਜਗ ਜਾਏਗਾ। ਬਿਲਕੁਲ। ਤੇ ਫਿਰ ਤੁਸੀਂ ਭਵ ਸਾਗਰ ਤੋਂ ਅੱਗੇ ਲੰਘ ਜਾਣਾ ਹੈ। ਹੋਰ ਤੇ ਕੋਈ ਔਖਾ ਕੰਮ ਤੇ ਹੈ ਨਹੀਂ। ਕਿਉਂਕਿ ਜਿੰਨਾ ਚਿਰ ਤੱਕ ਆਪਣਾ ਗਿਆਨ ਪ੍ਰਗਟ ਨਹੀਂ ਨਾ ਹੁੰਦਾ, ਦੇਖੋ ਇਹ ਗਿਆਨ ਜਿਹੜਾ ਹੈ ਤੁਹਾਡੇ ਪ੍ਰਾਣਾਂ ਦੇ ਅੰਦਰ ਹੈ, ਤੇ ਇਹਨੂੰ ਪ੍ਰਗਟ ਵੀ ਹਰ ਕੋਈ ਇਨਸਾਨ ਖੁਦ ਹੀ ਕਰ ਸਕਦਾ ਨਿਜਾ ਸਾਹਿਬ। ਕੋਈ ਇਹਦੀ ਮਦਦ ਆਪਾਂ ਐਨੀ ਕਰ ਸਕਦੇ ਹਾਂ, ਇਸ਼ਾਰਾ ਹੀ ਕਰ ਸਕਦੇ ਹਾਂ, ਸੱਜੇ ਜਾ ਖੱਬੇ ਜਾ, ਉੱਪਰ ਜਾ ਥੱਲੇ ਜਾ। ਪਰ ਜੇਕਰ ਅਸੀਂ ਕਹੀਏ ਨਾ ਅੱਗੇ ਜਾ ਪਿੱਛੇ ਜਾ, ਜੇਕਰ ਅਸੀਂ ਕਹੀਏ ਕਿ ਇਹਦਾ ਇਹ ਹਿੱਸਾ ਅਸੀਂ ਖੁਦ ਕਰ ਲਈਏ, ਨਹੀਂ ਕਰ ਸਕਦੇ, ਇਹ ਸੰਭਵ ਨਹੀਂ ਹੈ ਨਾ। ਇਹਨੂੰ ਖੁਦ ਹੀ ਕਰਨਾ ਪਊਗਾ, ਹਰ ਇੱਕ ਨੂੰ ਖੁਦ ਕਰਨਾ ਪਊਗਾ। ਬਿਲਕੁਲ ਸਹੀ ਹੈ। ਔਰ ਕਹਿੰਦੇ ਇਹੋ ਹੀ ਤੁਹਾਡੇ ਜੀਵਨ ਦਾ ਆਹਾਰ ਹੈ, ਇਹੋ ਸੱਚ। ਹਾਂਜੀ, ਇਹਦੇ ਵਿੱਚ ਕਹਿੰਦੇ ਭਉ ਮਾਸ ਆਹਾਰ। ਕਹਿੰਦੇ ਪਰਮੇਸ਼ਰ ਦਾ ਡਰ ਜਿਹੜਾ ਹੈਗਾ ਵੀ ਤੈਨੂੰ ਕੋਈ ਦੇਖ ਰਿਹਾ ਹੈ, ਤੈਨੂੰ ਆਤਮਾ ਦੇਖ ਰਹੀ ਹੈ, ਔਗੁਣ ਕਿਉਂ ਕਰੂਗਾ ਇਨਸਾਨ ਜਦ ਉਹਨੂੰ ਡਰ ਹੋਏਗਾ। ਤੇ ਆਹ ਹੈਗਾ ਮਾਸ ਆਹਾਰ ਪਰਮੇਸ਼ਰ ਦਾ ਡਰ, ਇਹ ਹੈਗਾ ਮਾਸ ਦਾ ਆਹਾਰ। ਨਾਨਕ ਇਹ ਭੋਜਨ ਸੱਚ ਹੈ, ਸੱਚ ਨਾਮ ਆਧਾਰ। ਆਇਆ ਭੋਜਨ ਪਾਈ ਸੱਚ, ਇਹ ਆ ਨਾਮ ਦਾ ਆਧਾਰ। ਇਹਨੇ ਤੇਰਾ ਬੇਸ ਬਣਾ ਦੇਣਾ ਹੈ, ਫਿਰ ਮਾਇਆ ਨਹੀਂ ਡਗਾ ਸਕਦੀ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਇਹ ਸਾਡੇ ਜੀਵਨ ਦਾ ਭੋਜਨ ਹੋਣਾ ਚਾਹੀਦਾ। ਹਾਂ ਸੱਚ, ਕਿਉਂਕਿ ਸੱਚ ਹੀ ਤੇ ਨਾਮ ਦਾ ਆਧਾਰ ਹੈ। ਬਿਲਕੁਲ। ਤੇ ਜਦੋਂ ਤੁਸੀਂ ਸੱਚ ਨੂੰ ਛੱਡ ਦਿੰਦੇ, ਝੂਠ ਨੂੰ ਖਰੀਦਦੇ ਜੋ, ਤੇ ਫਿਰ ਸੱਚ ਕਿੱਥੋਂ ਆਊਗਾ? ਹੁਣ ਜਿੱਥੇ ਇਨਵੈਸਟਮੈਂਟ ਕੀਤੀ, ਜਿਹੜੀ ਬੈਂਕ 'ਚ ਤੁਸੀਂ, ਇੱਕ ਸੱਚ ਦੀ ਬੈਂਕ, ਇੱਕ ਝੂਠ ਦੀ ਬੈਂਕ ਹੈ। ਹੁਣ ਤੁਸੀਂ ਪੈਸੇ ਝੂਠ ਦੀ ਬੈਂਕ ਜਮਾ ਕਰਾਏ ਤੇ ਸੱਚ ਦਾ ਨਿੱਜਤ ਸਾਹਿਬ ਅਕਾਊਂਟ ਤੇ ਖਾਲੀ ਰਹਿ ਗਿਆ ਨਾ। ਬਿਲਕੁਲ। ਇਸ ਕਰਕੇ ਪੈਸੇ ਕਿੱਥੇ ਜਮਾ ਕਰਾਉਣੇ? ਸੱਚ ਦੀ ਬੈਂਕ। ਕਬੀਰ ਸਾਹਿਬ ਤੇ ਕਰਵਾ ਰਹੇ ਨੇ, ਆਪਾਂ ਵੀ ਕੋਸ਼ਿਸ਼ ਕਰੀਏ। ਹਾਂਜੀ ਅੱਗੇ ਬੋਲੋ ਨਿੱਜਤ ਸਾਹਿਬ। ਅੱਗੇ ਤਾਂ ਕਮਾਲ ਹੋਈ ਪਈ ਹੈ ਗੁਰਕੀ ਸਾਹਿਬ। ਦੇਖੋ 2 ਵਾਰੀ ਮਹਾਰਾਜ ਨੇ ਇੱਕ ਵਰਡ ਯੂਜ਼ ਕੀਤਾ ਹੈ ਔਰ ਦੋਨੋਂ ਦੇ ਸਪੈਲਿੰਗ ਸੇਮ ਹੈਗੇ ਔਰ ਦੋਨੋਂ ਜਗ੍ਹਾ ਤੇ ਉਹਦਾ ਮੀਨਿੰਗ ਅਲੱਗ ਹੈਗਾ। ਦੇਖੋ ਮੈਂ ਦੱਸਦਾ, ਇਸ ਦਾ ਸਭ ਤੋਂ ਪਹਿਲਾਂ ਜਿਹੜਾ ਇਸ ਸ਼ਲੋਕ ਦੇ ਵਿੱਚ ਦੇਖੋ, ਕਾਇਆ ਲਾਹਣ ਆਪ ਮਦ। ਇੱਥੇ ਦੇਖੋ ਆਪ ਨੂੰ ਮਦ ਕਹਿ ਰਹੇ ਆ ਔਰ ਮਜਲਸ ਤ੍ਰਿਸ਼ਨਾ ਧਾਤ। ਕਹਿੰਦੇ ਆਪ ਦੀ ਸ਼ਰਾਬ ਜਿਹੜੀ ਹੈਗੀ ਇਹ ਹਉਮੈ ਦੀ ਸ਼ਰਾਬ ਆ। ਇਹ ਆਪ ਵਰਡ ਯੂਜ਼ ਕੀਤਾ ਹੈ ਮਹਾਰਾਜ ਨੇ ਹਉਮੈ ਦੇ ਵਾਸਤੇ, ਆਪਣੇ ਹੰਕਾਰ ਦੇ ਵਾਸਤੇ। ਹੁਣ ਜਿਹੜਾ ਹੈਗਾ ਆ ਥੱਲੇ ਦੇਖੋ 3 ਨੰਬਰ ਦੇ ਵਿੱਚ ਕਾਇਆ ਲਾਹਣ ਆਪ ਮਦ, ਫਿਰ ਜਿਹੜਾ ਸੇਮ ਆਪ ਮਦ ਆ ਗਿਆ। ਔਰ ਕਾਇਆ ਜਿਹੜੀ ਸਰੀਰ ਹੈ ਆਪਣਾ, ਇਹ ਲਾਹਣ ਹੈ, ਇਹ ਲਾਹਣ ਹੈਗੀ ਆ। ਕਾਇਆ ਸਰੀਰ ਜਿਹੜਾ ਹੈਗਾ ਇਨਸਾਨ ਦਾ, ਇਹ ਮੱਟੀ ਹੈਗੀ ਆ। ਤੇ ਸ਼ਰਾਬ ਕਿਹੜੀ ਹੈਗੀ? ਕਹਿੰਦੇ ਆਪ ਮਦ। ਤੇ ਅੰਮ੍ਰਿਤ ਤਿਸਕੀ ਧਾਰ। ਕਹਿੰਦੇ ਇਸ ਸ਼ਰਾਬ ਤੋਂ ਅੰਮ੍ਰਿਤ ਦੀ ਧਾਰ ਆ ਜਾਏਗੀ, ਅਮਰ ਹੋ ਜਾਏਗਾ ਤੂੰ। ਉੱਪਰ ਵੀ ਆਪ ਮਦ ਕਹਿ ਰਹੇ ਸੀ, ਇੱਥੇ ਵੀ ਆਪ ਮਦ ਕਹਿ ਰਹੇ ਆ। ਇਹ ਆਪ ਦਾ ਮਤਲਬ ਹੈਗਾ ਆਪਣੇ ਆਪ ਨੂੰ ਜਾਣਨਾ। ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਆ ਹੈਗਾ ਆਪ, ਆਪਣੇ ਅਵਗੁਣ ਦੇਖਣੇ ਔਰ ਉਹਨਾਂ ਨੂੰ ਦੂਰ ਕਰਨਾ। ਇਹਨੂੰ ਕਹਿੰਦੇ ਆਪ ਮਦ। ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸਕੀ ਧਾਰ। ਜੇ ਆਪਣੇ ਅਵਗੁਣ ਆਪਣੇ ਅੰਦਰ ਝਾੜੂ ਲਾਏਗਾ ਤੇ ਅੰਮ੍ਰਿਤ ਵਾਲੀ ਧਾਰ ਤੇਰੇ ਅੰਦਰ ਵਗਣ ਲੱਗ ਪਏਗੀ। ਫਿਰ ਸਤ ਸੰਗਤ ਸਿਉ ਮਿਲਾਪ ਹੋਏ, ਸਾਧ ਸੰਗਤ ਦੇ ਵਿੱਚ ਤੇਰਾ ਮਿਲਾਪ ਹੋ ਜਾਏਗਾ। ਤੇ ਲਿਵ ਕਟੋਰੀ ਅੰਮ੍ਰਿਤ ਭਰੀ, ਪੀ ਪੀ ਕਟੇ ਵਿਕਾਰ। ਔਰ ਤੇਰੀ ਲਿਵ ਲੱਗ ਜਾਏਗੀ ਇਹਦੇ ਵਿੱਚ, ਤੇਰਾ ਮਨ ਖੜਾ ਹੋ ਜਾਏਗਾ ਤੇ ਅੰਮ੍ਰਿਤ, ਤੈਨੂੰ ਅੰਮ੍ਰਿਤ ਪੀਣ ਨੂੰ ਮਿਲੇਗਾ, ਅਮਰ ਹੋ ਜਾਏਗਾ। ਅੰਮ੍ਰਿਤ ਦੀ ਬੂੰਦ ਆ ਜਾਏਗੀ ਤੇਰੇ ਅੰਦਰ, ਤੈਨੂੰ ਪੀ ਪੀ ਕੇ ਤੇਰੇ ਜਿਹੜੇ ਹੈਗੇ ਵਿਕਾਰ ਘਟ ਜਾਣਗੇ ਭਾਈ। ਇੱਥੇ ਜਿਹੜਾ ਹੈਗਾ ਚੇਂਜ ਹੋ ਜਾਂਦਾ ਇਨਸਾਨ। ਇਹ ਕਾਮ ਕ੍ਰੋਧ ਲੋਭ ਮੋਹਕਾਰ ਵਸ 'ਚ ਆ ਜਾਂਦੇ। ਹਾਂਜੀ ਵੀਰ ਜੀ। ਹਾਂਜੀ, ਸੰਗਤ ਬੜੀ ਇੰਪੋਰਟੈਂਟ ਹੈ ਜੀ। ਦੱਸਿਆ ਆਪ ਜੀ ਨੂੰ ਕੱਲ ਵੀ ਬਾਣੀ 'ਚ ਵੀ ਕਹਿ ਰਹੇ ਨੇ ਕਿ ਸੰਗਤ ਕੀ ਹੋਵੇਗੀ, ਤੈਨੂੰ ਜਦੋਂ ਇਹਦੇ ਨਾਲ ਤੇਰਾ ਮਿਲਾਪ ਹੋਏਗਾ, ਮੇਲ ਹੋਏਗਾ, ਤੇ ਫਿਰ ਲਿਵ ਦੀ ਕਟੋਰੀ ਅੰਮ੍ਰਿਤ ਭਰ ਪੀ ਕੇ ਕਾਟੇ ਵਿਕਾਰ। ਫਿਰ ਉਹ ਦੱਸਦੇ ਨੇ ਗੁਰੂ ਦੀ, ਹੁਣ ਆਪਾਂ ਬਾਣੀ ਪੜ੍ਹਦੇ ਹਾਂ, ਸੰਗਤ ਕਰ ਰਹੇ ਹਾਂ, ਗੁਰਮੁਖਾਂ ਦੀ ਸੰਗਤ ਵਿੱਚ ਆਪਾਂ ਨੂੰ ਬੜਾ ਗਿਆਨ ਪ੍ਰਾਪਤ ਹੁੰਦਾ ਹੈ।
ਵੀ ਆਹ ਕੰਮ ਜਿਹੜੇ ਨਹੀਂ ਕਰਨੇ ਆ, ਆਪਾਂ ਏਦਾਂ ਦਾ ਜੀਵਨ ਨਹੀਂ ਬਤੀਤ ਕਰਨਾ ਕਿ ਕੱਲ ਨੂੰ ਪ੍ਰਮਾਤਮਾ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਅਸੀਂ ਗੱਲ ਨਾ ਕਰ ਸਕੀਏ। ਸਾਨੂੰ ਰਾਜ 'ਚ ਜਿਹੜਾ ਧਰਮ ਰਾਜ ਹੀ ਘੇਰ ਲਏ। ਤੇ ਇਸ ਕਰਕੇ ਜੀਵਨ ਦੇ ਵਿੱਚ ਵਿਕਾਰ ਕਿੱਦਾਂ ਕੱਟੇ ਜਾਣਗੇ? ਹੁਣ ਜਿੱਦਾਂ ਆਪਾਂ ਮਾੜਾ ਕੰਮ ਕਰਦੇ ਹਾਂ, ਸਾਨੂੰ ਕਿਸੇ ਨੇ ਰੋਕਿਆ ਹੀ ਨਹੀਂ, ਤੇ ਫਿਰ ਕਿੱਥੋਂ ਕੱਟੇ ਜਾਣਗੇ? ਪਰ ਬਾਣੀ ਤੇ ਕਹਿੰਦੀ ਕਿ ਮਾੜਾ ਕੰਮ ਨਹੀਂ ਤੂੰ ਕਰਨਾ। ਚਲੋ ਜਿਹੜਾ ਪਹਿਲਾ ਜੀਵਨ ਤੇਰਾ ਬੀਤ ਗਿਆ ਉਹਨੂੰ ਤੂੰ ਛੱਡ ਦੇ, ਪਰ ਤੂੰ ਹੁਣ ਆਪਣਾ ਜੀਵਨ ਚੇਤਨਾ ਦੇ ਵਿੱਚ ਸੁਚੇਤ ਹੋ ਕੇ ਬਤੀਤ ਕਰਨਾ ਹੈ। ਧਰਮ ਵਾਲਾ ਕੰਮ ਕੋਈ ਨਹੀਂ ਕਰਨਾ, ਧਰਮ ਦਾ ਕੰਮ ਕਰਨਾ ਹੈ। ਪਹਿਲਾਂ ਆਪਾਂ ਅਧਾਰਮਿਕ ਸੀ, ਹੁਣ ਆਪਾਂ ਧਾਰਮਿਕ ਹੋ ਗਏ ਹਾਂ। ਤੇ ਜਦੋਂ ਆਪਾਂ ਧਾਰਮਿਕ ਹੋ ਗਏ ਨੇ, ਜੇ ਸਭ ਆਪਣੇ ਆਪ ਹੀ ਜਿਹੜੇ ਮਾਇਆ ਦਾ ਜਿਹੜਾ ਉਹ ਹੈਗਾ ਵਾ, ਜਿਹੜੀ ਗਲ 'ਚ ਰੱਸੀ ਸੀ ਉਹ ਬੰਦੇ ਦੀ ਨਿਕਲ ਜਾਂਦੀ ਹੈ। ਤੇ ਬਿਲਕੁਲ। ਹਾਂਜੀ ਨਿਜਰ ਸਾਹਿਬ, ਅਗਲੀ ਪੜੀ ਅੱਗੇ ਆ ਗਈ ਪੌੜੀ। ਪੌੜੀ ਆਪੇ ਸੁਰ ਨਰ ਗਣ ਗੰਧਰਵਾ, ਆਪੇ ਖਟ ਦਰਸ਼ਨ ਕੀ ਬਾਣੀ। ਕਹਿੰਦੇ ਤੂੰ ਹੀ ਮਾਲਕਾ, ਸੁਰ ਦੇਵਤੇ, ਨਰ ਇਨਸਾਨ, ਗਣ ਜਿਹੜੇ ਸ਼ਿਵ ਜੀ ਦੇ ਜਾਂ ਦੇਵਤਿਆਂ ਦੇ ਜਿਹੜੇ ਗਣ ਹੁੰਦੇ ਨੌਕਰ, ਗੰਧਰਵਾ ਕਹਿੰਦੇ ਉਹਨਾਂ ਦੇ ਗਵਈਏ। ਆਪੇ ਖਟ ਦਰਸ਼ਨ ਕੀ ਬਾਣੀ, ਅਲੱਗ-ਅਲੱਗ 6 ਦਰਸ਼ਨਾਂ ਦੀ ਜਿਹੜੀ ਹੈਗੀ ਜੋ ਬੋਲੀ ਹੈ, ਬਾਣੀ ਹੈ, ਜੋ ਉਹਨਾਂ ਦੀ ਹੈਗੀ ਆ, ਉਹ ਸਾਰਾ ਕੁਝ ਜਿਹੜਾ ਹੈਗਾ ਉਹੀ ਮਾਲਕ ਪਰਮਾਤਮਾ ਹੀ ਸਾਰਾ ਇਹਨਾਂ ਨੂੰ ਇਹ ਬਾਣੀ ਨੂੰ ਵੀ ਪੈਦਾ ਕਰਨ ਵਾਲਾ ਮਾਲਕ ਆ ਦੇਵਤੇ ਜਿਹੜੇ ਗਣ ਗੰਧਰਵ ਜਿਹੜੇ ਇਹਨਾਂ ਨੂੰ ਵੀ ਬਣਾਉਣ ਵਾਲਾ ਮਾਲਕ ਪਰਮਾਤਮਾ ਹੈਗਾ। ਆਪੇ ਸ਼ਿਵ ਸ਼ੰਕਰ ਮਹੇਸ਼ਾ, ਸ਼ਿਵ ਜੀ ਸ਼ੰਕਰ ਭੋਲਾ ਸ਼ੰਕਰ, ਮਹੇਸ਼ ਇਹਨਾਂ ਨੂੰ ਵੀ ਬਣਾਉਣ ਵਾਲਾ ਉਹ ਮਾਲਕ ਪਰਮਾਤਮਾ ਹੀ ਹੈਗਾ। ਪਾਏ ਬ੍ਰਹਮਾ ਵਿਸ਼ਨੂੰ ਮਹੇਸ਼ ਦੋ ਇੱਥੇ ਲਏ ਆ, ਸ਼ਿਵ ਸ਼ੰਕਰ ਮਹੇਸ਼ਾ। ਆਪੇ ਗੁਰਮੁਖੇ ਅਕਥ ਕਹਾਣੀ, ਆਪ ਹੀ ਜਿਹੜਾ ਹੈਗਾ ਗੁਰੂਆਂ ਦੇ ਥਰੂ, ਬ੍ਰਹਮ ਗਿਆਨੀਆਂ ਦੇ ਥਰੂ ਜਿਹੜੀ ਹੈਗੀ ਆ ਆਪਣੇ ਪਰਮਾਤਮਾ ਦੇ ਨਾਲ ਕਿਵੇਂ ਜਿਹੜਾ ਹੈਗਾ ਮਾਲਕ ਜਿਹੜਾ ਨਹੀਂ ਦਿਸਦਾ, ਜਿਹੜਾ ਗੁਪਤ ਹੈਗਾ, ਉਹਦੇ ਬਾਰੇ ਜਿਹੜੀ ਹੈਗੀ ਕਥੀ ਕਹਾਣੀ, ਉਹਦੇ ਬਾਰੇ ਗਿਆਨ ਦੇਣਾ ਉਹ ਵੀ ਮਾਲਕ ਆਪ ਹੀ ਦੇ ਦਿੰਦਾ ਹੈ ਬ੍ਰਹਮ ਗਿਆਨੀਆਂ ਦੇ ਥਰੂ। ਆਪੇ ਜੋਗੀ ਆਪੇ ਭੋਗੀ, ਆਪੇ ਸੰਨਿਆਸੀ ਫਿਰੈ ਵਿਬਾਣੀ। ਆ ਜੋਗੀ ਜਿਹੜੇ ਹੈਗੇ ਆ ਜੋ ਜਿਨ੍ਹਾਂ ਦੇ ਪਰਮੇਸ਼ਰ ਦੇ ਨਾਲ ਜੋਗ ਕਰਨ ਦੇ ਵਾਸਤੇ ਜਿਹੜੇ ਹੈਗੇ ਆ, ਇਹ ਲਿਵਾਲੇ ਰਸਤੇ ਤੇ ਜਿਹੜੇ ਹੈਗੇ ਆ ਚੱਲਣ ਦੇ ਵਾਸਤੇ ਜਿਹੜਾ ਹੈਗਾ ਯੋਗ ਸਾਧਨਾ ਕਰਦੇ ਆ। ਆਪੇ ਭੋਗੀ, ਭੋਗਾਂ ਦੇ ਵਿੱਚ ਜਿਹੜੇ ਜੀਵਨ ਗੁਜ਼ਾਰਦੇ ਆ ਗ੍ਰਸਥ। ਆਪੇ ਸੰਨਿਆਸੀ, ਜਿਹੜੇ ਸੰਨਿਆਸ ਲੈ ਲੈਂਦੇ ਆ, ਛੱਡ ਦਿੰਦੇ ਆ ਸਾਰਾ ਕੁਝ, ਬਿਆਬਾਨ 'ਚ ਫਿਰਦੇ ਆ। ਫਿਰ ਹੈ ਬਿਬਾਣੀ। ਆਪੇ ਨਾਲ ਗੋਸ਼ਟ, ਆਪ ਉਪਦੇਸੈ, ਆਪੇ ਸੁਗੜ ਸਰੂਪ ਸਿਆਣੀ। ਔਰ ਮਾਲਕ ਪਰਮਾਤਮਾ ਜਿਹੜਾ ਹੈਗਾ ਆਪ ਹੀ ਸਾਰਾ ਕੁਝ ਬਣਾ ਕੇ ਔਰ ਆਪਣੇ ਨਾਲ ਹੀ ਗੋਸ਼ਟੀ ਕਰਦਾ ਹੈ ਔਰ ਆਪ ਹੀ ਆਪਣੇ ਆਪ ਨੂੰ ਆਪੇ ਹੀ ਉਪਦੇਸ਼ ਕਰਦਾ ਹੈ। ਆਪੇ ਹੀ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਹੈਗਾ ਸੁਗੜ ਸਰੂਪ ਸਿਆਣੀ। ਔਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਇਨਸਾਨ ਨੂੰ ਜਿਹੜਾ ਹੈਗਾ ਚੰਗੀ ਘਾੜਤ ਵਾਲਾ, ਸਿਆਣਾ ਕਰਨ ਵਾਲਾ ਔਰ ਚੰਗੀ ਮੱਤ ਦੇਣ ਵਾਲਾ, ਉਹ ਮਾਲਕ ਪਰਮਾਤਮਾ ਸਿਆਣੀ ਮੱਤ ਦੇਣ ਵਾਲਾ ਉਹ ਆਪ ਹੀ ਮਾਲਕ ਪਰਮਾਤਮਾ ਹੈ। ਆਪ ਹੀ ਉਪਦੇਸ਼ ਵੀ ਆਪ ਹੀ ਕਰਦਾ ਹੈ, ਗੋਸ਼ਟੀ ਵਿਚਾਰ ਵੀ ਆਪ ਹੀ ਕਰਵਾਉਂਦਾ ਹੈ। ਆਪਣਾ ਚੋਜ ਕਰ ਵੇਖੈ ਆਪੇ। ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਆ ਸਾਰੇ ਆ ਕੈਟੇਗਰੀਆਂ ਲੈ ਲਈਆਂ ਮਹਾਰਾਜ ਨੇ, ਜਿਹੜੇ ਦੇਵਤੇ, ਜੇ ਗੰਧਰਵ ਜਿਹੜੇ ਹੈਗੇ, ਹੋਰ ਸ਼ਿਵ ਸ਼ੰਕਰ ਮਹੇਸ਼ਾ, ਜੋਗੀ ਭੋਗੀ ਸੰਨਿਆਸੀ, ਸਾਰੇ ਦੇ ਸਾਰੇ ਉਹ ਮਾਲਕ ਨੇ ਇਹ ਕਹਿੰਦੇ ਆਪੇ ਚੋਜ ਕਰ ਵੇਖੇ ਆਪੇ। ਇਹ ਮਾਲਕ ਦਾ ਤਮਾਸ਼ਾ ਹੈਗਾ, ਇਹ ਆਪ ਕਰਕੇ ਦੇਖ ਰਿਹਾ ਆ। ਆਪੇ ਸਭਨਾ ਜੀਆਂ ਕਾ ਹੈ ਜਾਣੀ। ਔਰ ਸਾਰੇ ਜੀ ਜਿੰਨੇ ਵੀ ਹੈਗੇ ਉਹਨਾਂ ਦੇ ਅੰਦਰ ਦੀ ਜਿਹੜੀ ਹੈਗੀ ਆ, ਇੱਕ ਇੱਕ ਦੇ ਅੰਦਰ ਦੀ ਜਾਣਨ ਵਾਲਾ ਉਹ ਮਾਲਕ ਪਰਮਾਤਮਾ ਹੀ ਹੈਗਾ। ਹਾਂਜੀ ਵੀਰ ਜੀ। ਮੇਰੀ ਆਵਾਜ਼ ਆ ਰਹੀ ਨਾ? ਹਾਂਜੀ। ਇੱਥੇ ਸਾਧ ਸੰਗਤ ਜੀ ਦੇਖੋ ਕਿ ਗੁਰੂ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਦੇਖੋ ਜਦੋਂ ਇਹ ਮੰਨ ਲਓ ਜਿਹੜਾ ਸਾਨੂੰ ਸੰਸਾਰ ਦਿਖਾਈ ਦਿੰਦਾ ਹੈ, ਇਹ ਮੰਨ ਲਓ ਬਿਨਸ ਜੇ, ਇਹ ਨਸ਼ਟ ਹੋ ਜੇ, ਖਤਮ ਹੋ ਜੇ, ਤੇ ਬਾਕੀ ਕਿਹੜਾ ਰਹਿ ਗਿਆ? ਪਰਮਾਤਮਾ। ਬਿਲਕੁਲ। ਇਹਦਾ ਮਤਲਬ ਇਹ ਜੋ ਵੀ ਕੁਝ ਸਾਨੂੰ ਦਿਖਾਈ ਦੇ ਰਿਹਾ ਹੈ ਸਭ ਪਰਮਾਤਮਾ ਚੋਂ ਹੀ ਆਇਆ ਹੈ। ਹਾਂ,
परमात्मा इस तो वख नहीं हैगा। किसी भी रूप च जो कोई दिखाई दे रही है सब उस परमात्मा तो ही आई है। सो ये चीज़ां हैगियां ने, सानू अपने जीवन च इहो ही सोच रखनी चाहिए है कि जिहड़े कर्मां नूं करन दे नाल असीं अपनी आत्मा तो दूर हुंदे हां ते सानू वो काम नहीं करना चाहिए। एक तरफ ते वो बंधन च भी रखिया, दूसरी तरफ ज्ञान कराउण दे लई संगत भी वो परमात्मा खुद ही दे रहा है, निजसत ते खुद ही हैगा है। कथ नूं कथ रहा है, क्योंकि परमात्मा नूं कथना भी ते निजसत खुद ही कथ सकदा है ना, दूजा कित्थों कथ लूगा। बिल्कुल हाँ, ते अज दी निजसा विचार इत्थे पूरी हो गई। हाँ जी बिल्कुल ठीक है जी। हाँ जी, कुछ अरदासां ने। एक ओंकार सतनाम करता पुरख निरभाउ निर्वैर अकाल मूरत जुनी सेवंग गुर प्रसाद। ये मेरे पिता गरीब नवाज बाणी पढ़दियां विचार करदियां बाणी सरवण करदियां अनेकां प्रकार दीयां भुलां ते गलतियां हो गईयां। दाना बच्चे सुन के माफ पर अगे तो शोध ते स्पष्ट बाणी पढ़न दी आज्ञा बख्शनी। आई संगत की हाजरी अपने दर ते प्रवान कर। वाहिगुरू जी का खालसा वाहिगुरू जी की फतेह। मेरे पिता एक साधक ने, उन्हां दे शरीर दे विच दर्द बहुत रहिंदी है। आप उन्हां नूं इस दर्द तो मुक्त करो, तंदुरुस्ती बख्शो। एक मेरे पिता होर अरदास है ही शरीर दे घर दे विच एक प्रॉब्लम है, उन्हां दी स्कूटरी चोरी हो गई है। मेहर करो तां जो वो चोर फड़िया जावे ते इन्हां नूं जिहड़ी इन्हां दी स्कूटरी वापस प्राप्त हो जाए। एक मेरे पिता होर अरदास है, वो अरदास है कि तंदुरुस्ती दे लई उन्होंने अरदास कराई। वो कहंदे ने कि सानू तंदुरुस्ती प्राप्त होवे, जो भी शरीर च कष्ट है वो दूर होवे। एक मेरे पिता बच्चे दी अरदास है, वो कहंदे उन्होंने एक कारोबार शुरू कीता है ते आप उन्हां नूं चढ़दी कला बख्शो। वाहिगुरू जी का खालसा वाहिगुरू जी की फतेह। वाहिगुरू 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 वाहिगुरू। साध संगत जी चुप हो जाओ। वाहिगुरू
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ